स्वागत है पीटीसी न्यूज़ ਦੇ ਵਿਚਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ ਇੱਕ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਇੱਕ ਅਹਿਮ ਮਹਿਮਾਨ ਦੇ ਨਾਲ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ। ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਹਿ ਸਕਦੇ ਹੋ ਕਿ ਇੱਕ ਅਜਿਹਾ ਵਿਵਾਦ ਛਿੜਿਆ ਹੋਇਆ ਜੋ ਥੰਮਣ ਦਾ ਨਾਂ ਨਹੀਂ ਲੈ ਰਿਹਾ। ਇੱਕ ਅਜਿਹੀ ਧਿਰ ਬਣ ਗਈ ਹੈ, ਮੈਂ ਤਾਂ ਕਹਾਂਗਾ ਕਿ ਧਿਰਾਂ ਬਣ ਗਈਆਂ ਨੇ। ਇੱਕ ਧਿਰ ਉਹ ਹੈ ਜਿਨ੍ਹਾਂ ਦੇ ਵਿੱਚ ਪ੍ਰਾਈਵੇਟ ਸਕੂਲ ਤੇ ਕਾਲਜ ਆਉਂਦੇ ਨੇ, ਇੱਕ ਧਿਰ ਉਹ ਹੈ ਜਿਹੜੀ ਪੇਰੈਂਟਸ ਦੀ ਹੈ ਔਰ ਇਹ ਇਲਜ਼ਾਮ ਲਾਇਆ ਜਾ ਰਿਹਾ ਕਿ ਇਸ ਪੇਰੈਂਟਸ ਦੇ ਧਿਰ ਦੇ ਨਾਲ ਹਮੇਸ਼ਾ ਸਰਕਾਰ ਖੜਦੀ ਹੈ, ਪ੍ਰਾਈਵੇਟ ਸਕੂਲਸ ਜਾਂ ਪ੍ਰਾਈਵੇਟ ਕਾਲਜਸ ਦੇ ਨਾਲ ਨਹੀਂ ਖੜਦੀ। ਅਜਿਹਾ ਇੱਕ ਵਾਰ ਫਿਰ ਤੋਂ ਹੋਇਆ। ਇਤਿਹਾਸ ਨੇ ਆਪਣੇ ਆਪ ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ। ਨਵੀਂ ਸਰਕਾਰ ਪੰਜਾਬ ਦੇ ਵਿੱਚ ਬਣੀ ਤੇ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਇਹ ਐਲਾਨ ਕਰ ਦਿੱਤਾ ਕਿ ਕੋਈ ਵੀ ਸਕੂਲ, ਕੋਈ ਵੀ ਪ੍ਰਾਈਵੇਟ ਸਕੂਲ ਹੈ ਜਿਹੜਾ ਉਹ ਫੀਸਾਂ ਦੇ ਵਿੱਚ ਵਾਧਾ ਨਹੀਂ ਕਰੇਗਾ। ਇੱਕ ਚੰਗਾ ਫੈਸਲਾ, ਇੱਕ ਚੰਗਾ ਕਦਮ ਮੰਨਿਆ ਜਾ ਰਿਹਾ। ਸਾਰਿਆਂ ਵੱਲੋਂ ਇਸ ਦਾ ਸਵਾਗਤ ਵੀ ਕੀਤਾ ਜਾ ਰਿਹਾ, ਪਰਿਵਾਰਕ ਮੈਂਬਰਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ, ਮਾਪਿਆਂ ਵੱਲੋਂ। ਔਰ ਇਸ ਦੇ ਨਾਲ ਹੀ ਕੁਝ ਹੋਰ ਵੀ ਐਲਾਨ ਕੀਤੇ ਗਏ ਨੇ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਕੋਈ ਵੀ ਸਕੂਲ ਇਹ ਤੈਅ ਨਹੀਂ ਕਰੇਗਾ ਕਿ ਫਲਾਣੀ ਦੁਕਾਨ ਤੋਂ ਹੀ ਜਾ ਕੇ ਕਿਤਾਬਾਂ ਲੈਣੀਆਂ, ਫਲਾਣੀ ਦੁਕਾਨ ਤੋਂ ਹੀ ਜਾ ਕੇ ਤੁਸੀਂ ਵਰਦੀਆਂ ਲੈਣੀਆਂ। ਇਸ ਦੇ ਵਿੱਚ ਇੱਕ ਕਮਿਸ਼ਨ ਸੈੱਟ ਹੁੰਦੀ ਹੈ ਜਿਸ ਦੇ ਕਰਕੇ ਇੱਕ ਖੱਜਲ ਖੁਆਰੀ ਹੈ ਜਿਹੜੀ ਉਹ ਮਾਪਿਆਂ ਨੂੰ ਜ਼ਰੂਰ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਤਮਾਮ ਤਰ੍ਹਾਂ ਦੀਆਂ ਗੱਲਾਂ ਨੇ। ਪਿਛਲੇ 2-3 ਸਾਲਾਂ ਤੋਂ ਜਦੋਂ ਤੋਂ ਕਰੋਨਾ ਆਇਆ ਉਸ ਤੋਂ ਬਾਅਦ ਮਾਪਿਆਂ ਤੇ ਪ੍ਰਾਈਵੇਟ ਸਕੂਲ ਵਾਲਿਆਂ ਦੇ ਵਿੱਚ ਇੱਕ ਲੰਬੀ ਲਕੀਰ ਖਿੱਚੀ ਜਾ ਚੁੱਕੀ ਹੈ। ਕਦੇ ਫੀਸਾਂ ਦੇ ਕਰਕੇ ਰੇੜਕਾ, ਕਦੇ ਆਨਲਾਈਨ ਕਲਾਸਿਸ ਕਰਕੇ ਰੇੜਕਾ, ਕਦੇ ਟਰਾਂਸਪੋਰਟੇਸ਼ਨ ਕਰਕੇ ਰੇੜਕਾ। ਕਿਤੇ ਨਾ ਕਿਤੇ ਇਹ ਮਸਲਾ ਜਿਹੜਾ ਉਹ ਹੱਲ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਸਟਿਲ ਹਾਲੇ ਤੱਕ ਵੀ ਉਹ ਮਸਲਾ ਹੱਲ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਅੱਜ ਉਸ ਮੁੱਦੇ ਤੇ ਵੀ ਚਰਚਾ ਕਰਾਂਗੇ। ਔਰ ਇੱਕ ਹੋਰ ਅਹਿਮ ਮੁੱਦਾ ਇਸ ਤੋਂ ਇਲਾਵਾ ਵੀ, ਅਸੀਂ ਬਚਪਨ ਤੋਂ ਹੀ ਜਦੋਂ ਤੋਂ ਅਸੀਂ ਖੁਦ ਕਿਤਾਬਾਂ ਪੜ੍ਹਦੇ ਆ ਰਹੇ ਹਾਂ, ਅਸੀਂ ਪਾਠਕ੍ਰਮ ਨੂੰ ਜੇਕਰ ਧਿਆਨ ਨਾਲ ਦੇਖੀਏ ਤਾਂ ਕੋਈ ਵੀ ਵੱਡੀ ਤਬਦੀਲੀ ਪਾਠਕ੍ਰਮ ਦੇ ਵਿੱਚ ਨਹੀਂ ਆਈ। ਜੋ ਕਹਾਣੀਆਂ, ਜੋ ਕਵਿਤਾਵਾਂ ਅੱਜ ਤੋਂ 8-10 ਸਾਲ ਪਹਿਲਾਂ ਸੀਗੀਆਂ, ਉਹੀਓ ਕਹਾਣੀਆਂ, ਉਹੀਓ ਵਿਰਸਾ, ਉਹੀਓ ਵਿਰਾਸਤ ਹੈ ਜਿਹੜੀ ਉਹ ਅੱਗੇ ਚੱਲਦੀ ਆ ਰਹੀ ਹੈ। ਜਦਕਿ ਸਮੇਂ ਦੇ ਨਾਲ ਨਾਲ ਇਹ ਸਾਰੀਆਂ ਚੀਜ਼ਾਂ ਬਦਲਣੀਆਂ ਚਾਹੀਦੀਆਂ ਨੇ ਕਿਉਂਕਿ ਬੱਚਿਆਂ ਦਾ ਮਾਨਸਿਕ ਸੰਤੁਲਨ ਬਦਲਿਆ, ਬੱਚਿਆਂ ਦੀ ਮਾਨਸਿਕ ਸੋਚ ਬਦਲੀ ਹੈ। ਉਸ ਸੋਚ ਦੇ ਮੁਤਾਬਕ ਅਸੀਂ ਪਾਠਕ੍ਰਮ ਕਿਉਂ ਨਹੀਂ ਬਦਲਦੇ, ਇਹ ਇੱਕ ਵੱਡਾ ਸਵਾਲ ਜ਼ਰੂਰ ਹੈ। ਸਾਡੇ ਨਾਲ ਖਾਸ ਮਹਿਮਾਨ ਨੇ ਡਾਕਟਰ ਜਗਜੀਤ ਸਿੰਘ ਧੂਰੀ ਸਾਹਿਬ, ਪ੍ਰੈਜ਼ੀਡੈਂਟ ਨੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਪੰਜਾਬ ਦੇ। ਔਰ ਇਸ ਤੋਂ ਇਲਾਵਾ ਇਹ ਹੁਣ ਇੱਕ ਲੇਖਕ ਵੀ ਨੇ, ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ, ਉਹਨਾਂ ਬਾਰੇ ਵੀ ਚਰਚਾ ਕਰਾਂਗੇ। ਧੂਰੀ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਧੂਰੀ ਸਾਹਿਬ ਦੇ ਨਾਲ ਮੇਰਾ 2-3 ਸਾਲ ਤੋਂ ਵਾਸਤਾ ਪਿਆ ਜਦੋਂ ਤੋਂ ਕਰੋਨਾ ਕਾਲ ਤੋਂ ਅਸੀਂ ਲਗਾਤਾਰ ਇਸ ਮੁੱਦੇ ਤੇ ਡਿਬੇਟਸ ਕਰ ਰਹੇ ਹਾਂ ਕਿਉਂਕਿ ਇੱਕ ਅਹਿਮ ਮੁੱਦਾ ਜਿਹੜਾ ਪੰਜਾਬ ਦੇ ਹਰ ਮਾਂ-ਬਾਪ ਦੇ ਨਾਲ ਜੁੜਿਆ ਹੋਇਆ, ਹਰ ਬੱਚੇ ਦੇ ਨਾਲ ਜੁੜਿਆ ਹੋਇਆ, ਇਸ ਕਰਕੇ ਮੁੱਦਾ ਬੜਾ ਅਹਿਮ ਹੈ। ਧੂਰੀ ਸਾਹਿਬ, ਇੱਕ ਵਾਰ ਫਿਰ ਤੋਂ ਸਰਕਾਰ ਨੇ ਆਰਡਰ ਜਾਰੀ ਕਰ ਦਿੱਤਾ ਔਰ ਉਹ ਆਰਡਰ ਕਹਿੰਦੇ ਨੇ ਕਿ ਤੁਸੀਂ ਫੀਸਾਂ ਨਹੀਂ ਵਧਾ ਸਕਦੇ। ਮਾਪੇ ਤਾਂ ਬੜੇ ਖੁਸ਼ ਨੇ ਕਿ ਘੱਟੋ ਘੱਟ ਨਕੇਲ ਪਾਉਣ ਵਾਲਾ ਕੋਈ ਆਇਆ ਪ੍ਰਾਈਵੇਟ ਸਕੂਲਾਂ ਨੂੰ। ਦੇਖੋ, ਜਿਹੜਾ ਸਰਕਾਰ ਨੇ ਆਉਂਦੇ ਹੀ ਇਹ ਫੈਸਲਾ ਦਿੱਤਾ ਜਾਂ ਅਨਾਊਂਸਮੈਂਟ ਕੀਤੀ, ਹਜੇ ਤਾਂ ਮੈਂ ਕਹਿ ਸਕਦਾ ਫੈਸਲਾ ਤਾਂ ਹਜੇ ਨਹੀਂ ਹੋਇਆ। ਅਸੀਂ ਇਸ ਦਾ ਜੀ ਅਖਬਾਰਾਂ ਵਿੱਚ ਵੀ ਤੇ ਮੈਂ ਵੱਖ-ਵੱਖ ਚੈਨਲਾਂ ਰਾਹੀਂ ਵੀ ਇਹਦਾ ਸਵਾਗਤ ਕੀਤਾ। ਠੀਕ ਹੈ ਜੀ। ਮੈਂ ਇਸ ਦਾ ਸਵਾਗਤ ਕਰਦਾ। ਜਿਹੜੀਆਂ ਉਹਨਾਂ ਨੇ 3 ਗੱਲਾਂ ਕਹੀਆਂ ਨੇ ਵੀ ਇੱਕ ਤਾਂ ਜਿਹੜੇ ਕਿਤਾਬਾਂ ਕਾਪੀਆਂ ਦੇ ਸੰਬੰਧ 'ਚ, ਵਰਦੀਆਂ ਦੇ ਸੰਬੰਧ ਵਿੱਚ, ਉਹਦੇ 'ਚ ਅਸੀਂ ਐਡਵਾਈਜ਼ਰੀ ਵੀ ਸਾਰੇ ਸਕੂਲਾਂ ਨੂੰ ਜਾਰੀ ਕਰ ਦਿੱਤੀ ਆ ਵੀ ਬਿਲਕੁਲ 100% ਅਸੀਂ ਸਰਕਾਰ ਨਾਲ ਆ ਤੇ ਜੇ ਸਰਕਾਰ ਸਾਨੂੰ ਬਿਠਾ ਕੇ ਪੁੱਛੂਗਾ ਅਸੀਂ ਇਹ ਵੀ ਦੱਸ ਦਾਂਗੇ ਵੀ ਇਸ ਚੀਜ਼ ਤੇ ਕੰਟਰੋਲ ਕਿਵੇਂ ਪੈਣਾ ਕਿਉਂਕਿ ਕਈ ਵਾਰ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਸਹੀ ਦਿਸ਼ਾ ਦੇ ਵਿੱਚ ਨਹੀਂ ਕੀਤੀ ਜਾਂਦੀ। ਪਰ ਧੂਰੀ ਸਾਹਿਬ, ਤੁਹਾਨੂੰ ਇਹ ਨਹੀਂ ਲੱਗਦਾ ਕਿ ਸਰਕਾਰ ਨੂੰ ਇਨਵੋਲਵਮੈਂਟ ਕਰਨੀ ਹੀ ਕਿਉਂ ਪਈ? ਅਜਿਹੇ ਆਰਡਰ ਕਰਨੇ ਹੀ ਕਿਉਂ ਪਏ? ਇਹ ਤੁਸੀਂ ਆਪ ਹੀ ਕਿਉਂ ਨਹੀਂ ਕਰ ਦਿੱਤੇ? ਤੁਸੀਂ ਲੋਕਾਂ ਨੂੰ ਕਿਉਂ ਮਜਬੂਰ ਕਰਦੇ ਹੋ ਕਿ ਫਲਾਣੀ ਦੁਕਾਨ ਤੋਂ ਹੀ ਜਾ ਕੇ ਕਿਤਾਬਾਂ ਲੈਣੀਆਂ, ਫਲਾਣੀ ਦੁਕਾਨ ਤੋਂ ਜਾ ਕੇ ਵਰਦੀਆਂ ਲੈਣੀਆਂ? 10%, 15%, 20% ਕਮਿਸ਼ਨ ਹੁੰਦੀ ਹੈ ਸਕੂਲਾਂ ਦੀ। ਸਾਡੀ ਬਦਨਸੀਬੀ ਇਹ ਹੈ ਜੀ ਵੀ ਅਸੀਂ ਉਹ ਮਾਪਿਆਂ ਨਾਲ ਡੀਲ ਕਰਦੇ ਹਾਂ ਜਿਹੜੇ ਵੋਟ ਬੈਂਕ ਨੇ। ਇਹ ਵੋਟ ਬੈਂਕ ਦੀ ਰਾਜਨੀਤੀ ਹੈ ਜੀ। ਦੇਖੋ, ਪਿੱਛੇ ਸਿੰਗਲਾ ਜੀ ਨੇ ਅਲੱਗ-ਅਲੱਗ ਤਰ੍ਹਾਂ ਦੇ ਐਲਾਨ ਕੀਤੇ ਸੀ, ਉਹਦੇ ਚੋਂ ਕੀ ਨਿਕਲਿਆ, ਕੀ ਆਊਟਪੁੱਟ ਨਿਕਲੀ? ਆਖਰਕਾਰ ਤਾਂ ਪੇਰੈਂਟਸ ਨੂੰ ਤੇ ਸਕੂਲਾਂ ਨੂੰ ਹੀ ਆਪਸ ਵਿੱਚ ਕੰਪਰੋਮਾਈਜ਼ ਕਰਨਾ ਪਿਆ। ਸੈਟਲਮੈਂਟ ਮਸਲਾ ਹਾਈ ਕੋਰਟ ਤੱਕ ਗਿਆ ਤਾਂ ਸਰਕਾਰ ਨੇ ਉਹਦੇ ਵਿੱਚ ਕੋਈ ਸਹਾਇਤਾ ਕੀਤੀ ਹੋਵੇ, ਕਿਸੇ ਪੇਰੈਂਟਸ ਦੀ ਕੀਤੀ ਹੋਵੇ ਜਾਂ ਕਿਸੇ ਸਕੂਲ ਸੰਸਥਾ ਦੀ ਕੀਤੀ ਹੋਵੇ। ਹੁਣ ਪਰ ਜੋ ਸਰਕਾਰ ਦਾ ਰੋਲ ਸੀ ਉਹ ਸਹੀ ਤਰ੍ਹਾਂ ਨਿਭਾ ਨਹੀਂ ਪਾਈ ਸਰਕਾਰ। ਮੈਂ ਤਾਂ ਉਦੋਂ ਵੀ ਕਹਿੰਦਾ ਰਿਹਾ ਜੀ ਮਾੜਾ ਰੋਲ ਸੀਗਾ ਜੀ। ਦੇਖੋ, ਜਦੋਂ ਬੰਦਾ ਕੋਈ ਇਹੋ ਜਿਹਾ ਜਿਹਦੀ ਆਪਦੀ ਜ਼ਿੰਮੇਵਾਰੀ ਹੋਵੇ, ਸਿਹਤ ਸਿੱਖਿਆ ਜ਼ਿੰਮੇਵਾਰੀ ਕਿਹਦੀ ਹੈ ਜੀ? ਸਰਕਾਰ ਦੀ। ਤੇ ਜਿਹੜੇ ਪ੍ਰਾਈਵੇਟ ਸੰਸਥਾਵਾਂ ਨੇ ਇਹ ਕੋਈ ਆਪਣੇ ਆਪ ਨਹੀਂ ਉੱਗੇ ਆਈਆਂ ਕਿ ਆਪਾਂ ਸਾਊਥ ਦੇ ਵਿੱਚ ਜਾਈਏ, ਕੇਰਲਾ ਦੇ ਵਿੱਚ, ਉੱਥੇ ਕਿੰਨੇ ਕੁ ਪ੍ਰਾਈਵੇਟ ਸੰਸਥਾਵਾਂ ਨੇ, ਬਹੁਤ ਨਾਮਾਤਰ ਨੇ। ਅਗਰ ਸਾਡੀ ਜਿਹੜੀ ਐਗਜ਼ਿਸਟੈਂਸ ਆ ਉਹ ਸਰਕਾਰੀ ਸਕੂਲਾਂ ਦੀ ਮਾੜੀ ਕਾਰਗੁਜ਼ਾਰੀ ਦਾ ਰਿਜ਼ਲਟ ਹੈ, ਉੱਥੋਂ ਦੇ ਮਾੜੇ ਇਨਫਰਾਸਟਰਕਚਰ ਦਾ ਰਿਜ਼ਲਟ ਹੈ। ਹੁਣ ਸਾਨੂੰ ਅਗਰ ਸਰਕਾਰ ਚਾਹੁੰਦੀ ਹੈ ਵੀ ਇਹ ਸੰਸਥਾਵਾਂ ਨੂੰ ਬੰਦ ਕਰ ਦਈਏ, ਬੜਾ ਵਧੀਆ ਤਰੀਕਾ, ਸਰਕਾਰੀ ਸੰਸਥਾਵਾਂ ਨੂੰ ਅਪਲਿਫਟ ਕਰ ਦਿਓ। ਕਿਉਂ ਕੋਈ ਬੰਦਾ ਪੈਸੇ ਖਰਚ ਕੇ ਪ੍ਰਾਈਵੇਟ ਸੰਸਥਾਵਾਂ ਕੋਲ ਜਾਊਗਾ? ਸਰਕਾਰਾਂ ਤਾਂ ਦਾਅਵਾ ਕਰਦੀਆਂ ਨੇ ਕਿ ਲੱਖਾਂ ਬੱਚੇ ਦੀ ਇਨਰੋਲਮੈਂਟ ਵਧੀ ਹੈ ਸਰਕਾਰੀ ਸਕੂਲਾਂ 'ਚ, ਪ੍ਰਾਈਵੇਟ ਸਕੂਲਾਂ ਤੋਂ ਲੋਕਾਂ ਨੇ ਹਟਾ ਕੇ ਸਰਕਾਰੀ ਸਕੂਲਾਂ 'ਚ ਬੱਚੇ ਲਵਾਏ ਨੇ। ਫਿਰ ਤਾਂ ਰੌਲਾ ਹੀ ਖਤਮ ਹੋ ਗਿਆ ਜੀ। ਫਿਰ ਤਾਂ ਸਾਡੇ ਨਕੇਲ ਪਾਉਣ ਦੀ ਜਿਹੜੀ ਗੱਲ ਕਰਦੇ ਆ, ਵੈਸੇ ਤਾਂ ਅਸੀਂ ਪਸ਼ੂ ਨਹੀਂ ਹੈਗੇ, ਜਿਹੜੀ ਇਹ ਗੱਲ ਕਾਬੂ ਕਰਨ ਦੀ ਗੱਲ ਕੀਤੀ ਜਾਂਦੀ, ਫਿਰ ਤਾਂ ਗੱਲ ਹੀ ਖਤਮ ਹੋ ਗਈ। ਪਰ ਇਹ ਹੋਇਆ ਕਿ ਦਾਅਵਾ ਹੀ ਹੈ? ਦੇਖੋ,
ਜੇ ਤਾਂ ਵਕਤੀ ਤੌਰ ਦੇ ਉੱਤੇ ਕੋਈ ਬੰਦਾ ਠਹਿਰ ਲੈ ਲੈਂਦਾ, ਕਿਤੇ ਮੀਂਹ ਪੈਂਦੇ ਜੀ ਨਾ ਟੀਨ ਦੇ ਥੱਲੇ ਖੜ ਜਾਂਦਾ ਹੁੰਦਾ, ਮਹਿਲਾਂ 'ਚ ਰਹਿਣ ਵਾਲੇ ਵੀ ਜਦੋਂ ਮੀਂਹ ਪੈਂਦਾ ਗੜੇ ਪੈਂਦੇ ਨਾ ਠਹਿਰ ਦੇ ਲੈ ਲੈਂਦੇ ਨੇ। ਟੈਂਪਰੇਰੀ ਠਹਿਰ ਲੋਕਾਂ ਨੇ ਲਈ ਸੀਗੀ, ਜਦੋਂ ਲੋਕਾਂ ਦੇ ਵਾਪਸ ਆ ਰਹੇ ਨੇ। ਠੀਕ ਹੈ ਨਾ, ਅੱਜ ਜਿਹੜੇ ਸਹੀ ਅੰਕੜੇ ਨੇ ਉਹ ਪੇਸ਼ ਕਰਨ, ਪਤਾ ਲੱਗ ਜੂਗਾ ਵੀ ਕੀ ਹੈਗਾ। ਇਹ ਤਾਂ ਸਹੀ ਗੱਲ ਤਾਂ ਇਹ ਹੈ ਵੀ ਅਗਰ ਇੰਨੇ ਅੱਛੇ ਹੋ ਗਏ ਹੁੰਦੇ ਤਾਂ ਸਰਕਾਰੀ ਮੁਲਾਜ਼ਮਾਂ ਦੇ ਕਿੰਨੇ ਕੁ ਬੱਚੇ ਦਾਖਲ ਹੋ ਗਏ। ਤੁਹਾਡੇ ਕੋਲ ਇੱਕ ਅੱਧੀ ਐਗਜ਼ਾਮਪਲ ਆਉਂਦੀ ਹੁੰਦੀ ਹੈ, ਕੋਈ ਬੰਦਾ ਪ੍ਰੂਵ ਕਰਨ ਵਾਸਤੇ ਵੀ ਸਰਕਾਰੀ ਸਿਸਟਮ ਵਧੀਆ, ਕੋਈ ਇੱਕ ਡੀਸੀ ਸਾਹਿਬਾਨ ਇੱਕ ਬੱਚੇ ਨੂੰ ਲਾਉਂਦਾ, ਉਹ ਕਿਹੜੀ ਕਲਾਸ 'ਚ ਲਾਉਂਦਾ ਹੁੰਦਾ? +1 +2 'ਚ, ਜਿੱਥੇ ਉਹਦੇ ਬੱਚੇ ਨੇ ਟਿਊਸ਼ਨਾਂ 'ਤੇ ਪੜ੍ਹਨਾ ਹੁੰਦਾ। ਲੋਕਾਂ ਨੂੰ ਐਗਜ਼ਾਮਪਲ ਦੇਣ ਦੇ ਲਈ ਅਸੀਂ ਇੱਕ ਬੱਚਾ ਦਾਖਲ ਕਰਾ ਦਿੰਦੇ ਹਾਂ, ਉਹਨੂੰ ਫਿਰ ਅਸੀਂ ਪੂਰਾ ਸੋਸ਼ਲ ਮੀਡੀਆ 'ਤੇ ਉਹ ਕਰਦੇ ਹਾਂ। ਤਾਂ ਅਸੀਂ ਤਾਂ ਉਹਦੇ ਪ੍ਰੂਫ ਮੰਨਾਂਗੇ ਜਿੱਦੇ ਸਾਰੇ ਅਫਸਰਾਂ ਦੇ ਬੱਚੇ, ਹੋਰ ਬੱਚੇ ਸਾਡੇ ਕੋਲੋਂ ਨਿਕਲ ਕੇ ਸਰਕਾਰੀ ਸੰਸਥਾ ਵਿੱਚ ਚਲੇ ਜਾਣਗੇ, ਉਹਦੇ ਅਸੀਂ ਮੰਨਾਂਗੇ ਵੀ ਇਹ ਵਾਕਿਆ ਹੀ ਜਿਹੜੀ ਕੁਆਲਿਟੀ ਇੰਪਰੂਵ ਹੋ ਗਈ ਹੈ। ਮਤਲਬ ਤੁਹਾਨੂੰ ਲੱਗਦਾ ਕਿ ਲੋਕਾਂ ਦੀ ਮਜਬੂਰੀ ਹੈ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣਾ? ਦੇਖੋ ਮਜਬੂਰੀ ਹੀ ਹੈ, ਬਿਲਕੁਲ ਮਜਬੂਰੀ ਹੈ, ਤੇ ਉਹਦੇ ਲਈ ਉਹਨਾਂ ਨੂੰ ਪੇ ਕਰਨਾ ਪੈਂਦਾ। ਲੇਕਿਨ ਜਦੋਂ ਉਹਨਾਂ ਨੂੰ ਇੱਕ ਫ੍ਰੀ ਸਿਸਟਮ ਦੇ ਅਗੇਂਸਟ ਪੇ ਕਰਨਾ ਪੈਂਦਾ, ਉੱਥੇ ਫਿਰ ਤਕਲੀਫ ਹੁੰਦੀ ਹੈ, ਦਿੱਕਤ ਹੁੰਦੀ ਹੈ। ਔਰ ਹੁਣ ਦੇਖੋ ਇੱਕ ਗੱਲ ਮੈਂ ਇਹਦੇ 'ਚ ਦੱਸਣਾ ਚਾਹੁੰਦਾ, ਇੱਕ ਪੇਰੈਂਟਸ ਹੈ, ਉਸਦਾ ਇੱਕ ਬੱਚਾ ਸਕੂਲ ਦੇ ਵਿੱਚ ਪੜ੍ਹ ਰਿਹਾ, ਇੱਕ ਬੱਚਾ ਉਸਦਾ ਕਾਲਜ ਵਿੱਚ ਮੰਨ ਲਓ B.Ed ਕਰ ਰਿਹਾ, ਉੱਥੇ ਉਹਨੂੰ ਫੀਸ ਭਰਨੀ ਕਿਉਂ ਔਖੀ ਨਹੀਂ ਲੱਗਦੀ? ਕਿਉਂਕਿ 192 ਪ੍ਰਾਈਵੇਟ ਕਾਲਜਸ ਨੇ, ਸਿਰਫ 6 ਕਾਲਜਸ ਨੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਨੇ। ਇਹਨਾਂ ਨੂੰ ਪਤਾ ਵੀ ਅਸੀਂ ਉੱਥੇ ਕੁਝ ਨਹੀਂ ਦੇ ਸਕਦੇ, ਉੱਥੇ ਪੰਗਾ ਨਹੀਂ ਪਾਉਂਦੇ ਇਹ। ਇੰਜੀਨੀਅਰਿੰਗ ਕਾਲਜ ਪ੍ਰਾਈਵੇਟ ਹੀ ਨੇ, ਸਰਕਾਰੀ ਕਿੰਨੇ ਨੇ? ਕੁਝ ਵੀ ਨਹੀਂ ਹੈ। ਠੀਕ ਹੈ, ਨਰਸਿੰਗ ਕਾਲਜ ਕਿੰਨੇ ਸਰਕਾਰੀ ਨੇ ਜੀ? ਕਾਲਜ ਦੇ ਵਿੱਚ 95% ਐਜੂਕੇਸ਼ਨ ਜਿਹੜੀ ਹੈਗੀ ਉਹ ਪ੍ਰਾਈਵੇਟ ਸੈਕਟਰ ਦੇ ਰਿਹਾ, ਔਰ ਕੁਆਲਿਟੀ ਐਜੂਕੇਸ਼ਨ ਦੇ ਰਿਹਾ। ਚਲੋ ਹੁਣ ਮੁੱਦੇ ਤੇ ਆਨੇ ਆ। ਤੁਸੀਂ ਸਰਕਾਰ ਦੀਆਂ ਕਹਿ ਰਹੇ ਹੋ ਕਿ ਤੁਸੀਂ ਸਵਾਗਤ ਕਰਦੇ ਹੋ, ਹੁਣ ਤੁਸੀਂ ਫੀਸ ਨਹੀਂ ਵਧਾਉਣ ਜਾ ਰਹੇ? ਫੀਸ ਨਹੀਂ ਵਧਾਵਾਂਗੇ, ਲੇਕਿਨ ਸਾਨੂੰ ਪੂਰੀ ਗੱਲ ਪਤਾ ਲੱਗੇ। ਹਜੇ ਸਿਰਫ ਐਲਾਨ ਹੋਇਆ, ਸਾਨੂੰ ਵੀ ਬਹੁਤ ਉਮੀਦ ਹੈ। ਮਤਲਬ ਤੁਹਾਨੂੰ ਹਜੇ ਤੱਕ ਲਿਖਤੀ ਕੁਝ ਨਹੀਂ ਮਿਲਿਆ? ਨਹੀਂ। ਉਹ ਜਿਹੜਾ ਫਰਮਾਨ ਹੈ ਉਹ ਤੁਹਾਡੇ ਤੇ ਲਾਗੂ ਹੁੰਦਾ ਕਿ ਨਹੀਂ ਹੁੰਦਾ? ਅਸੀਂ ਹਜੇ ਟੈਂਪਰੇਰੀ ਤੌਰ ਤੇ ਅਸੀਂ ਆਪਦੇ ਫੀਸਾਂ ਤੇ ਰੋਕ ਲਾ ਰੱਖੀ ਹੈ, ਲੇਕਿਨ ਅਸੀਂ ਵੀ ਬਹੁਤ ਖੁਸ਼ ਹਾਂ, ਕਿਉਂਕਿ ਜਿੱਥੇ ਭਗਵੰਤ ਮਾਨ ਜੀ ਇਹਨਾਂ ਦੀ ਸਰਕਾਰ ਬਾਕੀ ਵਰਗਾਂ ਨੂੰ ਇੰਨਾ ਕੁਝ ਦੇ ਰਹੀ ਹੈ, ਹੋ ਸਕਦਾ ਸਾਡੇ ਤੇ ਰੋਕ ਇਸ ਲਈ ਲਾਈ ਹੋਵੇ ਵੀ ਸਾਨੂੰ ਨਾਲ ਵੱਡਾ ਕੋਈ ਤੋਹਫਾ ਦੇਣਾ ਹੋਵੇ, ਵੀ ਸ਼ਾਇਦ ਮੈਨੂੰ ਉਮੀਦ ਹੈ ਵੀ ਉਹ ਕਹਿਣਗੇ ਵੀ ਜੀ ਤੁਹਾਡੇ ਬੱਸਾਂ ਦੇ ਟੈਕਸ ਮੁਆਫ, ਤੁਹਾਡਾ ਬਿਜਲੀ ਦਾ ਡੋਮੈਸਟਿਕ ਰੇਟ ਚਾਲੂ, ਤੁਹਾਡੇ ਤੇ ਕੋਈ ਪ੍ਰੋਪਰਟੀ ਟੈਕਸ ਨਹੀਂ, ਤੁਹਾਡਾ ਕੋਈ CLSU ਚਾਰਜ ਨਹੀਂ, ਤੁਸੀਂ ਇਹ ਫਾਇਦਾ ਪੇਰੈਂਟਸ ਨੂੰ ਪਹੁੰਚਾਓ। ਹੁਣ ਸਾਨੂੰ ਇਹਨਾਂ ਦਾ ਪਤਾ ਲੱਗ ਗਿਆ ਵੀ ਸਾਡੀ ਫੀਸ ਰੋਕ ਦਿੱਤੀ ਹੈ, ਪਰ ਇਹ ਨਹੀਂ ਪਤਾ ਲੱਗਿਆ ਵੀ ਉਹਦੇ ਏਵਜ ਦੇ ਵਿੱਚ ਜਿਹੜਾ ਸੰਸਥਾਵਾਂ ਨੂੰ ਕਿਵੇਂ ਉਹਨਾਂ ਦੇ ਖਰਚਿਆਂ ਤੇ ਕਾਬੂ ਪਾਇਆ ਜਾਊਗਾ। ਕਿਉਂਕਿ ਹਰਪ੍ਰੀਤ ਜੀ ਤੁਸੀਂ ਤਾਂ ਇਸ ਚੀਜ਼ ਦੇ ਸਾਕਸ਼ੀ ਹੋ, 2020-21 ਦੇ ਵਿੱਚ ਕੋਰਟ ਕੇਸ ਹੋਏ ਸੀ, ਕੋਰਟ ਨੇ ਮਨਾਹੀ ਕਰ ਦਿੱਤੀ ਸੀ ਵੀ ਤੁਸੀਂ ਇਸ ਸਾਲ ਕੋਈ ਫੀਸ 'ਚ ਵਾਧਾ ਨਹੀਂ ਕਰਨਾ। 21-22 'ਚ ਪੇਰੈਂਟਸ ਦਾ ਤੇ ਫਿਰ ਰੌਲਾ ਪੈਂਦਾ ਰਿਹਾ, ਉਹਦੇ 'ਚ ਬਹੁਤ ਸਾਰੇ ਸਕੂਲਾਂ ਨੇ ਆਪਦੇ ਪੱਧਰ ਤੇ ਹੀ ਫੀਸ ਨਹੀਂ ਵਧਾਈ। ਜਦੋਂ ਅਸੀਂ ਸਕੂਲ ਬੰਦ ਕੀਤੇ ਸੀ ਉਦੋਂ 64 ਰੁਪਏ ਡੀਜ਼ਲ ਸੀ, ਅੱਜ 100 ਰੁਪਏ ਦੇ ਕਰੀਬ ਡੀਜ਼ਲ ਹੈਗਾ। ਸੋ ਸੈਲਰੀ ਦੇ ਬਾਰੇ ਉਹਨਾਂ ਨੇ ਕਿਹਾ ਸੀ ਤੁਸੀਂ ਕਿਸੇ ਦੀ ਘਟਾਉਣੀ ਵਧਾਉਣੀ ਨਹੀਂ ਹੈਗੀ। ਤਾਂ ਅਜਿਹੇ ਹਾਲਤ ਦੇ ਵਿੱਚ ਇਸ ਵਾਰ ਜੇ ਨਾ ਵਧਾਈ ਸੰਸਥਾਵਾਂ ਨੇ ਤਾਂ ਇਕਨੋਮਿਕਲ ਕ੍ਰਾਈਸਿਸ 'ਚ ਆ ਜਾਣਗੀਆਂ। ਪਿੰਡਾਂ ਵਿੱਚ ਜਿਹੜੀਆਂ ਖੁੱਲੀਆਂ ਹੋਈਆਂ, ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਜੇ ਫੀਸ ਨਹੀਂ ਵਧਾਉਂਦੇ ਤਾਂ ਉਹ ਖੱਪਾ ਜਿਹੜਾ ਹੈਗਾ ਉਹ ਸਰਕਾਰ ਦੇਵੇ ਤੁਹਾਨੂੰ, ਉਹ ਸਰਕਾਰ ਪੇ ਕਰੇ? ਬਿਲਕੁਲ, ਕਿਉਂਕਿ ਦੇਖੋ 300 ਯੂਨਿਟ ਬਿਜਲੀ ਦੇ ਮਾਫ ਕਿਹਨੂੰ ਨੇ? ਸਭ ਨੂੰ। ਸੰਸਥਾਵਾਂ ਨੂੰ ਕੀ ਗੁਨਾਹ ਕਰਤਾ? ਜਿੱਥੇ ਤੁਹਾਡੇ ਬੱਚਿਆਂ ਨੇ ਪੜ੍ਹਨਾ ਉਹਨਾਂ ਨੂੰ ਕਮਰਸ਼ੀਅਲ ਰੇਟ ਲਾਇਆ ਜਾਂਦਾ। ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਡੋਮੈਸਟਿਕ ਦਰ, ਚਲੋ 300 ਯੂਨਿਟ ਮਾਫ ਹੋਣਗੇ ਤਾਂ ਕਰਿਓ ਨਾ, ਹਲੇ ਤਾਂ 300 ਯੂਨਿਟ ਦਾ ਵੀ ਐਲਾਨ ਹੀ ਹੈ ਖਾਲੀ, ਹਲੇ ਤੱਕ ਉਹ ਵੀ ਨਹੀਂ ਮਿਲੇ। ਇੱਕ ਗੱਲ ਮੈਂ ਹੋਰ ਧੂਰੀ ਸਾਹਿਬ ਤੁਹਾਡੇ ਤੋਂ ਜਾਣਨਾ ਚਾਹਨਾ, ਜਦ ਤੱਕ ਮੈਂ ਪੜ੍ਹਿਆ ਕਿ ਕੋਈ ਫੀਸ ਰੈਗੂਲੇਟਰੀ ਐਕਟ ਵੀ ਬਣਿਆ ਹੋਇਆ, ਹੁਣ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਜੇਕਰ ਉਹ ਐਕਟ ਬਣਿਆ ਹੋਇਆ ਤਾਂ ਕੀ ਕੋਈ ਮੁੱਖ ਮੰਤਰੀ, ਕੋਈ ਸਰਕਾਰ ਉਸ ਐਕਟ ਦੇ ਇਲਾਵਾ ਵੀ ਇਦਾਂ ਦਾ ਕੋਈ ਐਲਾਨ ਕਰ ਸਕਦਾ ਕਿ ਫੀਸਾਂ ਨਹੀਂ ਵਧਾਣੀਆਂ ਜਾਂ ਘੱਟ ਵਧਾਣੀਆਂ? ਉਹ ਐਕਟ ਫਿਰ ਕਿੱਥੇ ਸਟੈਂਡ ਕਰਦਾ? ਮੇਰੇ ਮੁਤਾਬਕ ਨਹੀਂ ਕਰ ਸਕਦਾ, ਕਿਉਂਕਿ ਦੇਖੋ ਜਿਹੜੀ ਸਰਕਾਰ ਨਵੀਂ, ਐਕਟ ਕਦੋਂ ਬਣਿਆ ਸੀਗਾ ਇਹ? 2016 ਦੇ ਵਿੱਚ ਜੀ। ਉਸ ਤੋਂ ਪਹਿਲਾਂ ਪੇਰੈਂਟਸ ਕੋਰਟ ਦੇ ਵਿੱਚ ਗਏ ਸੀ। ਅੱਛਾ, ਵੀ ਜਿਹੜੇ ਪ੍ਰਾਈਵੇਟ ਸੰਸਥਾਵਾਂ ਨੇ, ਸੈਲਫ ਫਾਈਨਾਂਸਡ ਸੰਸਥਾਵਾਂ ਨੇ, ਇਹ ਆਪਦੀ ਮਰਜ਼ੀ ਨਾਲ ਜਿੰਨੀ ਮਰਜ਼ੀ ਫੀਸ ਵਧਾ ਲੈਂਦੀਆਂ ਨੇ। ਠੀਕ ਹੈ ਜੀ, ਤਾਂ ਜਿਹੜੀ ਕੋਰਟ ਦੀ ਡਾਇਰੈਕਸ਼ਨ ਤਹਿਤ ਇਹ ਸਾਰੇ ਕਿਤੇ ਬਣੀਆਂ ਸੀਗੀਆਂ, ਇਕੱਲੇ ਇੱਥੇ ਨਹੀਂ ਬਣੀਆਂ ਹੈਗੀਆਂ। ਤਾਂ ਉਹਨਾਂ ਨੇ ਸਟੇਟਸ ਨੂੰ ਕਿਹਾ ਸੀ ਵੀ ਤੁਸੀਂ ਆਪਦਾ ਇਹਨੂੰ ਰੈਗੂਲੇਟ ਕਰਨ ਵਾਸਤੇ ਆਪਦੀਆਂ ਕਮੇਟੀਆਂ ਬਣਾਓ, ਆਪਦਾ ਐਕਟ ਬਣਾਓ। ਉਸ ਤਹਿਤ ਅਕਾਲੀ ਸਰਕਾਰ ਵੇਲੇ ਇਹ ਇੱਕ 2016 'ਚ ਐਕਟ ਬਣਿਆ ਸੀ, ਸਿਰਫ 4 ਪੇਜ ਦਾ ਐਕਟ ਹੈ। ਅੱਛਾ, ਜਿਹਦੇ ਵਿੱਚ ਕਿਹਾ ਲਿਖਿਆ ਵੀ ਕੋਈ ਵੀ ਸੰਸਥਾ 8% ਤੋਂ ਜ਼ਿਆਦਾ ਫੀਸ ਵਿੱਚ ਵਾਧਾ ਨਹੀਂ ਕਰੂ ਹਰ ਸਾਲ। ਫੀਸ ਮੀਨਸ ਦਾ ਟੋਟਲ ਫੀਸ ਜਿਹੜੀ ਉਹ ਲੈਂਦੀ ਆ, ਟਰਾਂਸਪੋਰਟ ਦੀ ਗੱਲ ਨਹੀਂ ਹੈਗੀ, ਫੀਸ ਦੀ ਗੱਲ ਆ, ਚਾਹੇ ਉਹ ਕਿਸੇ ਕਿਸਮ ਦਾ। ਉਸ ਦੇ ਨਾਲ ਕੁਝ ਹੋਰ ਡਾਇਰੈਕਸ਼ਨ ਸੀਗੀਆਂ ਵੀ ਅਗਰ ਕੋਈ ਸੰਸਥਾ ਕੋਈ ਬਹੁਤ ਵੱਡੀ ਸਹੂਲਤ ਦੇਣਾ ਸ਼ੁਰੂ ਕਰ ਰਹੀ ਆ, ਨਵੀਂ ਸਹੂਲਤ ਉਹਨੇ ਲਾਗੂ ਕਰਨੀ ਆ, ਤਾਂ ਉਹਦੇ ਲਈ ਉਹ ਅਥਾਰਟੀਜ਼ ਨੂੰ ਅਪਰੋਚ ਕਰੂਗੀ, ਆਪਦੇ ਐਵੀਡੈਂਸਸ ਦੇਊਗੀ ਵੀ ਮੇਰੇ ਇਹਦੇ ਨਾਲ ਇੰਨੇ ਖਰਚੇ ਵਧਣ ਵਾਲੇ ਨੇ ਤੇ ਮੈਂ ਇੰਨੀ ਹੋਰ ਵੱਧ ਫੀਸ ਵਧਾਉਣਾ ਚਾਹਣਾ। ਅਗਰ ਪ੍ਰਵਾਨਗੀ ਮਿਲੂਗੀ ਤਾਂ ਵਧਾਉਗੀ। ਹੁਣ 8% ਪਰ ਇਹ ਜਿਹੜਾ ਐਕਟ ਹੈ ਇਸ ਦੇ ਅਧੀਨ ਤੁਹਾਡੀ ਇਹ ਸਕੂਲ ਕੰਮ ਕਰ ਰਹੇ ਨੇ? ਬਿਲਕੁਲ 100%। ਬੜੀਆਂ ਕੰਪਲੇਂਟਸ ਆਉਂਦੀਆਂ ਨੇ ਕਿ 15-20% ਫੀਸ ਵਧਾਈ ਜਾਂਦੀ ਹੈ।
ਐਕਟ ਕਹਿੰਦਾ ਕਿ 8% ਤੋਂ ਵਧਾਣੀ ਨਹੀਂ, ਪੂਰੀ ਸਾਹਿਬ 15% ਵਧਾਈ ਜਾਂਦੇ ਸਕੂਲ। ਬਿਲਕੁਲ, ਦੇਖੋ ਫਿਰ ਉਹ ਸਕੂਲ ਚੱਲ ਕਿਉਂ ਰਹੇ ਨੇ? ਜਦੋਂ ਇੱਕ ਐਕਟ ਦੀ ਬੰਦਾ ਉਲੰਘਣਾ ਕਰ ਰਿਹਾ, ਕੋਈ ਵੀ ਸੰਸਥਾ, ਚਾਹੇ ਮੈਂ ਹੀ ਕਿਉਂ ਨਹੀਂ ਹੈਗਾ, ਤਾਂ ਫਿਰ ਕਾਰਵਾਈ ਕਿਹਨੇ ਕਰਨੀ ਹੈ? ਸਰਕਾਰ ਨੇ। ਬਿਲਕੁਲ ਕਰਨੀ ਹੈ, ਕਰੋ। ਠੀਕ ਹੈ ਨਾ? ਅੱਛਾ, ਇਸ ਗੱਲ ਵਿੱਚ ਅਸੀਂ ਕਾਰਵਾਈ ਕਰਨ ਨੂੰ ਤਿਆਰ ਹਾਂ। ਤੁਸੀਂ ਸਾਨੂੰ ਲਿਸਟਾਂ ਦਿਓ ਵੀ ਜਿਹੜੇ 8% ਤੋਂ ਜਿਹਨੇ ਵੱਧ ਵਧਾਉਂਦਾ, ਅਸੀਂ ਵੀ ਉਹਨਾਂ ਦੇ ਖਿਲਾਫ ਹਾਂ। ਤੁਹਾਡੇ ਧਿਆਨ 'ਚ ਨਹੀਂ ਹੈ ਕੋਈ ਸਕੂਲ 8% ਤੋਂ ਵੱਧ ਵਧਾਉਂਦਾ ਹੋਵੇ? ਮੈਂ ਦੇਖੋ ਸਿੱਧਾ ਕਹਿ ਰਿਹਾ ਜੀ, ਅਗਰ ਕੋਈ ਇਸ ਤਰ੍ਹਾਂ ਦੇ ਸਕੂਲ ਹੈਗੇ ਨੇ, ਕਿਉਂਕਿ 1.5 ਸਾਲ 2 ਸਾਲ ਤੋਂ ਤਾਂ ਅਸੀਂ ਲੱਗ ਰਹੇ ਹਾਂ। ਪਹਿਲਾਂ ਤਾਂ ਮੈਂ ਗੱਲ ਕਲੀਅਰ ਕਰਦਾ ਵੀ ਮੈਂ ਇਕੱਲੇ ਸੰਸਥਾਵਾਂ ਦੀ ਨੁਮਾਇੰਦਗੀ ਨਹੀਂ ਕਰਦਾ। ਮੇਰੇ ਅੰਦਰ ਇੱਕ ਇਨਸਾਨ ਆ, ਮੇਰੇ ਅੰਦਰ ਇੱਕ ਟੀਚਰ ਆ, ਅਧਿਆਪਕ ਆ। ਮੈਂ ਤੁਸੀਂ ਦੇਖਿਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਮੈਂ ਪੇਰੈਂਟਸ ਦਾ ਪੱਖ ਲੈਣਾ, ਮੈਂ ਸਾਡੇ ਡਰਾਈਵਰਸ ਦਾ ਪੱਖ ਲੈਣਾ, ਅਧਿਆਪਕਾਂ ਦਾ ਪੱਖ ਲੈਣਾ। ਠੀਕ ਹੈ ਨਾ? ਕਿਉਂਕਿ ਕਿਤੇ ਨਾ ਕਿਤੇ ਜਦੋਂ ਮੈਂ ਨੁਮਾਇੰਦਗੀ ਕਰ ਰਿਹਾ ਤਾਂ ਸਾਰੀ ਧਿਰਾਂ ਜੁੜੀਆਂ ਹੋਈਆਂ ਫਿਰ ਨੇ, ਉਹਨਾਂ ਦਾ ਖਿਆਲ ਰੱਖਣਾ ਮੇਰਾ ਫਰਜ਼ ਹੈਗਾ। ਸੋ ਮੈਂ ਇਹ ਦਾਅਵਾ ਕਰਦਾ ਸਰਕਾਰ ਉਹਨਾਂ ਤੇ ਐਕਸ਼ਨ ਲਵੇ ਜਿਨ੍ਹਾਂ ਨੇ 8% ਤੋਂ ਵੱਧ ਵਧਾਈ ਹੈ ਬਿਨਾਂ ਪ੍ਰਵਾਨਗੀ ਤੋਂ। ਤੇ ਸਾਨੂੰ ਜਿਹੜਾ ਕੋਈ ਦੱਸੂਗਾ, ਅਸੀਂ ਵੀ ਉਹਦੇ ਅਗੇਂਸਟ ਮਤਾ ਪਾਵਾਂਗੇ। ਅਸੀਂ ਕੋਈ ਉਸ ਦੇ ਨਾਲ ਨਹੀਂ ਹੈਗੇ। ਹੁਣ ਦੂਸਰੀ ਗੱਲ ਰਹਿ ਗਈ, ਜਿਹੜਾ ਜੇ ਸਰਕਾਰ ਹੁਣ ਤੁਹਾਨੂੰ ਕੁਝ ਨਹੀਂ ਦਿੰਦੀ, ਜਿਹਦੇ ਜ਼ਿਆਦਾ ਚਾਂਸਸ ਨੇ ਕਿ ਸ਼ਾਇਦ ਹੀ ਇਦਾਂ ਕੁਝ ਹੋਵੇ ਕਿ ਪ੍ਰਾਈਵੇਟ ਸਕੂਲ ਨੂੰ ਕੋਈ ਪੈਕੇਜ ਜਿਹੜਾ ਸਰਕਾਰ ਵੱਲੋਂ ਮਿਲੇ ਕਿ ਤੁਸੀਂ ਫੀਸਾਂ ਨਹੀਂ ਵਧਾਣੀਆਂ, ਜਿਹੜੇ ਫੀਸਾਂ ਵਧਾਉਣ ਦਾ ਪੈਸਾ ਉਹ ਅਸੀਂ ਦੇ ਦਾਂਗੇ। ਇਹ ਬੜੇ ਬਚਕਾਨੀ ਜੀ ਗੱਲ ਲੱਗ ਰਹੀ ਹੈ ਧੂਰੀ ਸਾਹਿਬ ਕਿ ਇਦਾਂ ਸਰਕਾਰ ਤੁਹਾਨੂੰ ਕੋਈ ਪੈਕੇਜ ਦੇਣ ਵਾਲੀ ਹੈ। ਜੇ ਚਲੋ ਫਰਜ਼ ਕਰਦੇ ਹਾਂ ਕਿ ਇਦਾਂ ਨਹੀਂ ਹੁੰਦਾ, ਉਸ ਤੋਂ ਬਾਅਦ ਜੀ ਅਸੀਂ ਵੀ ਅਵੇਅਰਨੈਸ ਪੈਦਾ ਕਰਾਂਗੇ। ਦੇਖੋ ਤੁਸੀਂ 2 ਸਾਲ ਦੇ ਵਿੱਚ ਦੇਖਿਆ ਮਾਂ-ਬਾਪ ਦੀ ਲੜਾਈ ਕਿੱਥੇ ਤੱਕ ਹੈ। ਉਹ ਸਕੂਲ ਦੇ ਬਾਹਰ ਧਰਨਾ ਦਿੰਦੇ ਨੇ, ਉਹ ਸਕੂਲ ਦੇ ਅੰਦਰ ਕੈਮਰਾ ਲੈ ਕੇ ਜਾਂਦੇ ਨੇ, ਉਹ ਸਕੂਲ ਦੇ ਬਾਹਰ ਮੁਰਦਾਬਾਦ ਕਹਿੰਦੇ ਨੇ, ਉਹਦੀ ਦੁਕਾਨਦਾਰ, ਚੋਰ, ਮਾਫੀਆ ਕੀ ਨਹੀਂ ਕਹਿੰਦੇ। ਸਰਕਾਰ ਨੂੰ ਕਦੇ ਕੁਝ ਕਿਹਾ? ਮਾਪਿਆਂ ਨੇ ਕਦੇ ਸਕੂਲਾਂ ਦੀਆਂ ਫੀਸਾਂ ਵਾਸਤੇ ਜਾਂ ਕਿਸੇ ਹੋਰ ਗੱਲ ਵਾਸਤੇ, ਆਪਦੇ ਹੱਕਾਂ ਵਾਸਤੇ ਕਦੇ ਸਰਕਾਰ ਦੇ ਅੱਗੇ ਧਰਨਾ ਲਾਇਆ? ਹੁਣ ਮੈਂ ਦੱਸਦਾ ਜੀ, ਸਰਕਾਰ ਤਾਂ ਕਹੇਗੀ ਲਾ ਲਓ ਸਰਕਾਰੀ ਸਕੂਲਾਂ 'ਚ, ਅਸੀਂ ਖੋਲ੍ਹੇ ਸਰਕਾਰੀ ਸਕੂਲ। ਨਹੀਂ ਫਰਕ ਉੱਥੇ ਆਓ। ਮੈਂ ਉਹੀ ਤਾਂ ਦੱਸਣਾ ਚਾਹਣਾ ਜੀ ਗੱਲ। ਦੇਖੋ ਸਾਡੇ ਇੰਡੀਆ ਵਿੱਚ ਰਾਈਟ ਟੂ ਐਜੂਕੇਸ਼ਨ ਐਕਟ ਬਣ ਚੁੱਕਿਆ। ਬਿਲਕੁਲ 8 ਸਾਲ ਤੋਂ ਲੈ ਕੇ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਨੂੰ ਪਹਿਲਾਂ ਸੀਗਾ ਪੁਰਾਣੀ ਐਜੂਕੇਸ਼ਨ ਨੀਤੀ ਮੁਤਾਬਕ, ਹੁਣ ਇਹ ਵੱਧ ਕੇ 18 ਸਾਲ ਤੱਕ। ਹਰ ਇੱਕ ਬੱਚੇ ਨੂੰ ਅਧਿਕਾਰ ਹੈ ਪੂਰਾ। ਮੁਫਤ ਅਤੇ ਲਾਜ਼ਮੀ ਪੜ੍ਹਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਮੁਫਤ ਅਤੇ ਲਾਜ਼ਮੀ ਤੌਰ ਤੇ ਪੜ੍ਹਾਉਣਾ। ਹੁਣ ਸਰਕਾਰ ਦੀ ਜ਼ਿੰਮੇਵਾਰੀ ਸਿਰਫ ਉਹਨਾਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਣੀ ਆ। ਇੱਕ ਫਿਰ ਉਸ ਐਕਟ ਦੇ ਵਿੱਚ ਇੱਕ ਹੋਰ ਗੱਲ ਲਿਖੀ ਹੋਈ ਹੈ ਵੀ ਅਗਰ ਕੋਈ ਉਸ ਬੱਚੇ ਦੇ ਘਰ ਦੇ ਨੇੜੇ ਕੋਈ ਸਰਕਾਰੀ ਸੰਸਥਾ ਨਹੀਂ ਹੈਗੀ ਜਾਂ ਕੋਈ ਉਸ ਨੂੰ ਲੋੜ ਹੈਗੀ ਹੈ, ਤਾਂ ਪ੍ਰਾਈਵੇਟ ਸੰਸਥਾਵਾਂ ਵਿੱਚ 25% ਸੀਟਾਂ ਨੇ ਜਿਹੜੀਆਂ ਉਹ ਇਕਨੋਮਿਕਲ ਵੀਕਰ ਬੰਦਿਆਂ ਵਾਸਤੇ ਲਾਜ਼ਮੀ ਨੇ। ਕੋਈ ਨੁਮਾਇੰਦਾ ਇਹ ਗੱਲ ਕਹੂਗਾ, ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ, ਮੈਂ ਪੰਜਾਬ ਦੇ ਸਾਰੇ ਸਕੂਲਾਂ ਵੱਲੋਂ ਇਹ ਬੇਨਤੀ ਕਰਦਾ, ਸਾਡੇ ਸਕੂਲਾਂ ਵਿੱਚ 25% ਸੀਟਾਂ ਫ੍ਰੀ ਕੀਤੀਆਂ ਜਾਣ। ਅਤੇ ਦਿੱਲੀ ਦੇ ਪੈਟਰਨ ਦੇ ਉੱਤੇ ਇਹ ਦਿੱਲੀ ਦਿੰਦੇ ਨੇ ਜੀ, ਸਕੂਲ ਨੂੰ ਰੀਇੰਬਰਸਮੈਂਟ ਦਿੰਦੇ ਨੇ 2600 ਰੁਪਈਆ ਮਹੀਨਾ। ਇੱਕ ਸਰਕਾਰੀ ਸਕੂਲ ਦੇ ਬੱਚੇ ਨੂੰ ਪੜ੍ਹਾਉਣ ਤੇ ਖਰਚਾ ਆਉਂਦਾ ਸਰਕਾਰ ਦਾ 5400 ਰੁਪਈਆ। ਹਰਪ੍ਰੀਤ ਜੀ, ਅਗਰ ਤੁਸੀਂ ਆਪਦਾ ਬੱਚਾ ਇੱਕ ਪ੍ਰਾਈਵੇਟ ਸਕੂਲ 'ਚ ਲਾ ਰਹੇ ਹੋ, ਤੁਸੀਂ ਪਰ ਮੰਥ ਸਰਕਾਰ ਦਾ 5400 ਰੁਪਏ ਫਾਇਦਾ ਕਰ ਰਹੇ ਹੋ, ਬਚਾ ਰਹੇ ਹੋ। ਜੇ ਸਰਕਾਰ ਸਾਨੂੰ ਕੋਈ ਪੈਕੇਜ ਦੇ ਦੂਗੀ, ਸਾਡੇ ਤੇ ਕੋਈ ਅਹਿਸਾਨ ਨਹੀਂ ਕਰੂਗੀ। ਉਹ ਆਪਦੇ 5400 ਰੁਪਏ ਬਚਾ ਰਹੀ ਹੈ। ਅੱਜ 22 ਲੱਖ ਬੱਚਿਆਂ ਨੂੰ ਤੁਸੀਂ ਗੁਣਾ ਕਰਕੇ ਦੇਖ ਲਓ 5400 ਨਾਲ, ਇੰਨਾ ਅਮਾਊਂਟ ਅਸੀਂ ਸਰਕਾਰ ਦੇ ਖਜ਼ਾਨਾ ਕਿਵੇਂ ਇਹ ਮੈਨੇਜ ਕਰ ਲੈਣਗੇ ਜੀ? ਉਹਦੇ ਬਦਲੇ ਦੇ ਵਿੱਚ ਸਾਨੂੰ ਕੁਝ ਵੀ ਨਹੀਂ ਕਰਨ ਨੂੰ ਤਿਆਰ। ਸਾਡੀਆਂ ਬੱਸਾਂ ਨੂੰ ਸਪੈਸ਼ਲ ਰੋਡ ਟੈਕਸ, ਸਾਨੂੰ ਬਿਜਲੀ ਦੇ ਸਪੈਸ਼ਲ ਟੈਕਸ, ਸਾਨੂੰ ਪ੍ਰਾਪਰਟੀ ਟੈਕਸ, ਸਾਨੂੰ ਜਿਹੜੇ ਹੁਣ ਤਾਂ ਚਲੋ ਸਰਕਾਰ ਨੇ ਕਹਿ ਦਿੱਤਾ ਵੀ ਅਸੀਂ ਰਿਸ਼ਵਤਖੋਰੀ ਖਤਮ ਕਰਾਂਗੇ, ਸਾਨੂੰ ਪਤਾ ਅਸੀਂ ਕਿਵੇਂ ਸਰਟੀਫਿਕੇਟ ਜਾਂ ਹੋਰ ਕਿਵੇਂ ਹਾਸਲ ਕਰਦੇ ਹਾਂ। ਸੋ ਇਸ ਲਈ ਇਹ ਰਾਈਟ ਟੂ ਐਜੂਕੇਸ਼ਨ ਐਕਟ ਲਾਗੂ ਕਰਵਾਉਣ ਪੇਰੈਂਟਸ, ਜੇ ਉਹਨਾਂ ਨੇ ਫਾਇਦਾ ਲੈਣਾ। ਹੁਣ 8% ਫੀਸਾਂ ਨਾ ਵਧਾ ਕਿੰਨੇ ਦਾ ਫਾਇਦਾ ਹੋ ਜਾਊਗਾ ਜੀ? 100 ਰੁਪਏ ਦਾ, 150 ਦਾ, 200 ਦਾ ਪਰ ਮੰਥ। ਬਿਲਕੁਲ। ਬਟ ਅਗਰ ਰਾਈਟ ਟੂ ਐਜੂਕੇਸ਼ਨ 25% ਲੋਕਾਂ ਨੂੰ, 22 ਲੱਖ ਦੇ ਵਿੱਚੋਂ 25% ਲੋਕਾਂ ਨੂੰ ਫ੍ਰੀ ਐਜੂਕੇਸ਼ਨ ਮਿਲੂਗੀ। ਔਰ ਆਮ ਆਦਮੀ ਪਾਰਟੀ ਦਾ ਬਹੁਤ ਅਸੀਂ ਪ੍ਰਸ਼ੰਸਾ ਕਰਦੇ ਹਾਂ ਵੀ ਇਹਨਾਂ ਨੇ ਉੱਥੇ ਦਿੱਲੀ ਲਾਗੂ ਕੀਤਾ ਹੋਇਆ। ਦਿੱਲੀ ਇਹ 25% ਵਿਦਿਆਰਥੀ ਨੇ ਜਿਹੜੇ ਉਹ ਫ੍ਰੀ ਪੜ੍ਹਾ ਰਹੇ ਨੇ। ਔਰ ਉਹਦੀ ਕਿਉਂ ਨਹੀਂ ਪੜ੍ਹਾ ਸਕਦੇ ਫਿਰ? ਬਿਲਕੁਲ, ਅਸੀਂ ਤਾਂ ਉਮੀਦ ਰੱਖਦੇ ਹਾਂ, ਇਸ ਲਈ ਅਸੀਂ ਵੀ ਖੁਸ਼ ਹਾਂ। ਅਸੀਂ ਮਤਲਬ ਤੁਸੀਂ ਇਹ ਕਹਿੰਦੇ ਹੋ ਕਿ 25% ਤੁਸੀਂ ਫ੍ਰੀ ਪੜ੍ਹਾਉਣ ਨੂੰ ਤਿਆਰ ਹੋ, ਪਰ ਉਹ 25% ਦੇ ਪੈਸੇ ਤੁਹਾਨੂੰ ਸਰਕਾਰ ਦੇਵੇ। ਉਹਦਾ ਇੱਕ ਰੂਲ ਆ ਜੀ ਵੀ ਕਿੰਨੀ ਫੀਸ ਦਿੰਦੀ ਹੁੰਦੀ ਹੈ ਸਰਕਾਰ। ਜਾਂ ਤਾਂ ਕੋਟਾ ਤਾਂ ਹੋਊਗਾ, ਹੈ ਨਾ, ਉਹ ਹੈ ਹੁੰਦੀ ਹੈ ਜੀ। ਆਈਦਰ ਜੇ ਤਾਂ ਉਹ ਸਕੂਲ ਦੀ ਫੀਸ ਸਰਕਾਰੀ ਫੀਸ ਦੇ ਖਰਚੇ ਤੋਂ ਘੱਟ ਹੈ ਤਾਂ ਉਨੀ ਮਿਲੂਗੀ। ਜੇ ਵੱਧ ਹੈ, ਮੰਨ ਲਓ ਕਿਸੇ 7000 ਆ ਤਾਂ 5400 ਮਿਲੂਗਾ। ਵਿਚ ਐਵਰੇਜ ਲੈਸ, ਅਸੀਂ ਫਿਰ ਵੀ ਤਿਆਰ ਹਾਂ। ਇਹ ਜਿਹੜੀ 5400 ਰੁਪਏ ਐਵਰੇਜ ਕੱਢੀ ਹੈ ਤੁਸੀਂ, ਇਹ ਮਾਨਤਾ ਪ੍ਰਾਪਤ ਹੈਗੀ? ਹਾਂ। ਤੁਸੀਂ ਅੱਗੇ ਬਹੁਤ ਸਾਰੀਆਂ ਡਿਬੇਟਸ ਦੇ ਵਿੱਚ ਜਿਹੜਾ ਹੈਗੇ ਨੇ, ਡਾਕਟਰ ਪਿਆਰੇ ਲਾਲ ਨੇ ਵੀ ਦੱਸਿਆ, ਹੋਰਾਂ ਨੇ ਦੱਸਿਆ, ਸਾਰੇ ਇਹ ਫੈਕਟਸ ਨੇ। ਆ ਤੁਸੀਂ ਗਵਰਨਮੈਂਟ ਤੋਂ ਆਪ ਤੋਂ ਪੁੱਛ ਲਓ ਵੀ ਕਿੰਨਾ ਖਰਚਾ। ਕਈ ਸਕੂਲ ਤਾਂ ਇਹੋ ਜਿਹੇ ਨਹੀਂ ਜਿੱਥੇ 6 ਬੱਚੇ ਨੇ ਤੇ 8-8 9-9 ਟੀਚਰ ਨੇ, ਤੇ ਉੱਥੇ ਐਵਰੇਜ ਤਾਂ ਕਿੰਨੀ ਚਲੀ ਜਾਊਗੀ ਜੀ?
ਸੋ ਇਸ ਲਈ ਅਸੀਂ ਦੇਖੋ ਇੱਕ ਗੱਲ ਮੈਂ ਤੁਰੀ ਸਾਹਿਬ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੁੰਦਾ, ਕਿਉਂ ਸ਼ੱਕ ਦੀ ਨਿਗਾਹ ਨਾਲ ਤੁਹਾਨੂੰ ਦੇਖਿਆ ਜਾਣ ਲੱਗ ਗਿਆ ਪ੍ਰਾਈਵੇਟ ਸਕੂਲਾਂ ਨੂੰ ਮਾਫੀਆ? ਮੈਂ ਉਹ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਜੋ ਵਰਡ ਯੂਜ਼ ਕੀਤੇ ਜਾਂਦੇ ਨੇ, ਉਸ ਨਿਗਾਹ ਨਾਲ ਕਿਉਂ ਦੇਖਿਆ ਜਾਂਦਾ? ਕਿਉਂਕਿ ਇਹ ਬੜਾ ਜ਼ਰੂਰੀ ਹੈ ਕਿ ਸਕੂਲ ਦਾ ਤੇ ਮਾਪਿਆਂ ਦਾ ਰਿਸ਼ਤਾ ਬੜਾ ਪਿਆਰ ਵਾਲਾ ਹੋਣਾ ਚਾਹੀਦਾ, ਜਿੱਥੇ ਬੱਚੇ ਨੇ ਗਰੋ ਕਰਨਾ। ਕਿਉਂਕਿ ਇੱਕ ਬੱਚਾ ਤੁਹਾਨੂੰ ਦਿੱਤਾ ਜਾਂਦਾ, ਉਹਨੇ 8-9 ਘੰਟੇ ਤੁਹਾਡੇ ਕੋਲ ਰਹਿਣਾ। ਜੇਕਰ ਤੁਹਾਡਾ ਸਬੰਧ ਪਰਿਵਾਰਕ ਮੈਂਬਰਾਂ ਨਾਲ ਚੰਗਾ ਨਹੀਂ ਹੈ, ਉਹ ਬੱਚਾ ਚੰਗੇ ਮਾਹੌਲ ਦੇ ਵਿੱਚ ਗਰੋ ਕਰ ਹੀ ਨਹੀਂ ਸਕਦਾ। ਇਹਦਾ ਜਵਾਬ ਹਰਪ੍ਰੀਤ ਜੀ ਮੈਂ ਤੁਹਾਨੂੰ ਦਿੰਨਾ, ਕਿਉਂਕਿ ਦੇਖੋ ਤੁਹਾਡੇ ਕੋਲ ਹਰ ਚੀਜ਼ ਪਹੁੰਚਦੀ ਆ। ਤੁਸੀਂ ਜਿੰਨੇ 2 ਸਾਲ 'ਚ ਪਿਛਲੇ 'ਚ ਐਜੀਟੇਸ਼ਨ ਦੇਖੀਆਂ ਜਾਂ ਮਾਪਿਆਂ ਦਾ ਵਿਦਰੋਹ ਦੇਖਿਆ, ਉਹ ਕਿੱਥੇ ਕਿੱਥੇ ਦੇਖਿਆ? ਵੱਡੇ ਵੱਡੇ ਸਕੂਲਾਂ ਦੇ ਬਾਹਰ, ਵੱਡੇ ਵੱਡੇ ਸ਼ਹਿਰਾਂ 'ਚ, ਸਿਰਫ ਵੱਡੇ ਵੱਡੇ ਸਕੂਲਾਂ ਦੇ ਅੱਗੇ। ਕੋਈ ਪਿੰਡ 'ਚ ਦੇਖਿਆ ਕਦੇ? ਕਿਸੇ ਕਸਬੇ 'ਚ ਦੇਖਿਆ ਕਦੇ? ਕਦੇ ਸੰਗਰੂਰ 'ਚ, ਮਾਲਵੇ 'ਚ, ਕਿਧਰੇ ਹੋਰ ਦੇਖਿਆ ਕਿਤੇ? ਫਿਰ ਕਹਿਣਾ ਕੀ ਚਾਹੁੰਦੇ ਹੋ ਤੁਸੀਂ? ਕੁਝ ਹੈ ਮਤਲਬ ਇਦਾਂ ਦੇ ਸਕੂਲ ਹੈਗੇ ਆ ਫਿਰ ਜਿਹੜੇ ਲੁੱਟ ਮਚਾਉਂਦੇ ਨੇ? ਕੁਝ ਹੈਗੇ ਸਕੂਲ ਫਿਰ ਇਹਦੇ? ਨਹੀਂ, 2 ਗੱਲਾਂ ਨੇ ਜੀ। ਦੇਖੋ ਹਰੇਕ ਧਿਰ, ਮੈਂ ਪਹਿਲੇ ਦਿਨ ਤੋਂ ਤੁਹਾਡੇ ਚੈਨਲ ਤੇ ਕਹਿੰਦਾ ਆ ਰਿਹਾ ਵੀ ਹਰੇਕ ਧਿਰ 100% ਸਹੀ ਨਹੀਂ ਹੁੰਦੀ, ਹਰੇਕ ਧਿਰ 100% ਗਲਤ ਨਹੀਂ ਹੁੰਦੀ। ਕੁਝ ਇਹੋ ਜਿਹੇ ਵੀ ਲੋਕ ਹੋਣਗੇ ਜਿਹੜੇ ਸਾਡੇ ਵਿੱਚ ਵੀ ਮਾਲ ਪ੍ਰੈਕਟਿਸਿਸ ਕਰਦੇ ਹੋਣਗੇ। ਠੀਕ ਹੈ ਜੀ ਗੱਲ। ਕੁਝ ਪੇਰੈਂਟਸ ਨਹੀਂ ਕਹਿੰਦਾ ਮੈਂ, ਦੇਖੋ ਪੇਰੈਂਟਸ ਹਰੇਕ ਬੰਦੇ ਨੂੰ ਆਪਦੀ ਉਸ ਦਾ ਫਿਕਰ ਹੁੰਦਾ। ਕੁਝ ਸਮਾਜ ਦੇ ਵਿੱਚ ਕੁਝ 5, 10, 15 ਕੁ ਲੋਕ ਮੇਰੇ ਆਇਡੈਂਟੀਫਾਈ ਕੀਤੇ ਹੋਏ ਨੇ, ਜਿਹੜੇ ਨਾ ਤਾਂ ਪੇਰੈਂਟਸ ਨੇ, ਠੀਕ ਹੈ ਨਾ, ਉਹ ਪੇਰੈਂਟਸ ਦੀ ਨੁਮਾਇੰਦਗੀ ਕਰਦੇ ਨੇ ਤੇ ਪਬਲਿਕ ਫਿਗਰ ਬਣ ਕੇ ਤੁਹਾਡੇ ਚੈਨਲਸ ਤੇ ਆਉਂਦੇ ਨੇ। ਅੱਜ ਤੁਹਾਡੇ ਚੈਨਲ ਨੇ ਕੋਈ ਇਸ ਟਾਈਮ ਡਿਬੇਟ ਕਰਨੀ ਹੋਵੇ, ਕੋਈ ਪੇਰੈਂਟਸ ਬਣਾਉਣਾ, ਤੁਹਾਨੂੰ ਉਹੀ ਲੱਭਣਗੇ ਜੀ। ਤੇ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਪੇਰੈਂਟਸ ਦੀ ਆਵਾਜ਼ ਬਣ ਜਾਂਦੀ ਹੈ, ਜਦ ਕਿ ਨਾ ਉਹ ਪੇਰੈਂਟਸ ਨੇ, ਨਾ ਉਹ ਪੇਰੈਂਟਸ ਦੀ ਗੱਲ ਕਰਦੇ ਨੇ, ਨਾ ਉਹ ਪੇਰੈਂਟਸ ਨਾਲ ਕਿਸੇ ਗੱਲ ਤੇ ਸਹਿਮਤ ਹੋਣਾ ਚਾਹੁੰਦੇ ਨੇ। ਜਿਵੇਂ ਵਿਰੋਧੀ ਧਿਰ ਹੁੰਦੀ ਹੈ ਨਾ ਜੀ, ਵਿਰੋਧੀ ਧਿਰ ਦਾ ਕੰਮ ਹੁੰਦਾ ਵਿਰੋਧ ਕਰਨਾ, ਸਹਿਮਤੀ ਨਹੀਂ ਕਰਨੀ ਕਿਸੇ ਗੱਲ ਦੇ ਉੱਤੇ, ਉਹਨਾਂ ਨੇ ਵਿਰੋਧ ਹੀ ਕਰਨਾ। ਉਹਨਾਂ ਨੂੰ ਜਦੋਂ ਮਰਜ਼ੀ ਗੱਲ ਸੁਣੋ, ਉਹਨਾਂ ਨੇ ਗੱਲੇ ਸ਼ੁਰੂ ਇਸ ਤਰ੍ਹਾਂ ਕਰਨੀਆਂ ਜੀ, ਇਹਨਾਂ ਦੀ ਬੈਲੈਂਸ ਸ਼ੀਟਾਂ ਦੇਖੋ, ਇਹਨਾਂ ਫਲਾਣਾ ਦੇਖੋ, ਇਹਨਾਂ ਕੁਛ। ਅਸੀਂ ਕਹਿ ਰਹੇ ਹਾਂ ਜੀ, ਮੈਂ ਇੱਕ ਤੁਹਾਨੂੰ ਹਰਪ੍ਰੀਤ ਜੀ ਐਸਾ ਸੱਚ ਦੱਸਣਾ ਚਾਹੁੰਦਾ, ਸੱਚੀ ਪੰਜਾਬ ਦੇ ਵਿੱਚ 80% ਸਕੂਲ ਇਹੋ ਜਿਹੇ ਨੇ, ਲਗਭਗ ਮੈਂ ਕਹਿ ਰਿਹਾ 6000, ਜਿਨ੍ਹਾਂ ਦੀ ਮੰਥਲੀ ਫੀਸ ਵਿੱਚ ਹੀ ਐਨੂਅਲ ਫੰਡ ਵਿੱਚ ਹੀ ਸਾਰਾ ਕੁਝ ਮਿਲਾ ਕੇ 2000 ਤੋਂ ਥੱਲੇ ਆ। 2000 ਤੋਂ ਥੱਲੇ ਆ ਪਰ ਡੇ 70 ਰੁਪਏ 80 ਰੁਪਏ। ਹੁਣ 80 ਰੁਪਏ 'ਚ ਅਸੀਂ ਪੜ੍ਹਾਉਣਾ ਵੀ ਆ ਉਹਨੂੰ ਇਨਫਰਾਸਟ੍ਰਕਚਰ ਵੀ ਦੇਣਾ, ਜਨਰੇਟਰ ਵੀ ਦੇਣੇ ਨੇ, ਕੰਪਿਊਟਰ ਵੀ ਦੇਣੇ ਨੇ, ਸਮਾਰਟ ਕਲਾਸਾਂ ਵੀ ਦੇਣੀਆਂ ਨੇ। ਅੱਛਾ, ਅਸੀਂ ਉਹ ਲੋਕ ਆ ਯਾਰ, ਸਾਡੇ ਮੂਹਰੇ ਆ ਕੇ ਪੇਰੈਂਟਸ ਆ ਕੇ ਯਾਰ ਮਰਜ਼ੀ ਸਾਡੀ ਜੋ ਮਰਜ਼ੀ ਬੋਲ ਦੇਵੇ ਸਾਨੂੰ। ਇੱਕ ਬੱਚੇ ਨੂੰ ਘਰ ਦੇ ਵਿੱਚ ਬੁਖਾਰ ਚੜ੍ਹ ਜੇ, ਉਹਦਾ ਮਾਂ-ਬਾਪ ਨੂੰ ਦਵਾਈ ਦਵਾਵੇ ਨਾ ਦਵਾਵੇ ਉਹਦੀ ਮਰਜ਼ੀ ਹੈ, ਉਹਨੂੰ ਗਾਹਾਂ ਜਾ ਕੇ ਕੋਈ ਟੋਕਣ ਵਾਲਾ ਨਹੀਂ ਹੈਗਾ। ਬਿਲਕੁਲ ਠੀਕ ਹੈ ਨਾ। ਸਕੂਲ ਦੇ ਵਿੱਚ ਸਾਡੇ ਕੋਈ ਇੰਨੇ ਕੁ ਝਰੀਟ ਵੀ ਲੱਗ ਜੇ ਬੱਚੇ ਦੇ ਨਾ, ਤੇ ਤੁਹਾਡਾ ਕੋਈ ਮਤਲਬ ਨਹੀਂ, ਤੁਸੀਂ ਬੱਚੇ ਦਾ ਕੇਅਰ ਨਹੀਂ ਕਰਦੇ, ਤੁਹਾਡਾ ਕੀ ਜ਼ਿੰਮੇਵਾਰੀ ਹੈ? ਹਰ ਗੱਲ ਦੇ ਵਿੱਚ ਅਸੀਂ ਉਹ ਬੰਦੇ ਜਿਹੜੇ 60-70 ਰੁਪਏ 'ਚ ਹਰ ਰੋਜ਼ ਜਵਾਬ ਦੇ ਆ। ਕਿਹਨੂੰ ਜਵਾਬ ਦੇ ਆ? ਪੇਰੈਂਟਸ ਨੂੰ, ਸਮਾਜ ਨੂੰ, ਸੋਸ਼ਲ ਮੀਡੀਆ ਨੂੰ, ਮੀਡੀਆ ਨੂੰ, ਹਰ ਬੰਦੇ ਨੂੰ। ਅੱਜ ਸਾਡੇ ਸਕੂਲ ਦੇ ਵਿੱਚ ਕੋਈ ਵੀ ਆ ਕੇ ਇਦਾਂ ਕੈਮਰਾ ਲੈ ਕੇ ਵੜ ਜਾਂਦਾ ਨਹੀਂ। ਪਰ ਧੂਰੀ ਸਾਹਿਬ, ਇਹ ਤਾਂ ਜ਼ਿੰਮੇਵਾਰੀ ਤੁਹਾਡੀ ਹੋਈ ਹੈ ਨਾ, ਜੇ ਬੱਚਾ ਤੁਹਾਨੂੰ ਦਿੱਤਾ ਤੇ ਜ਼ਿੰਮੇਵਾਰੀ ਵੀ ਤੁਹਾਡੀ ਹੈ। ਜੇ ਤੁਸੀਂ ਸਕੂਲ ਖੋਲਿਆ ਤਾਂ ਤੇ ਜ਼ਿੰਮੇਵਾਰੀ ਤੁਹਾਡੀ ਹੈ, ਇਹਦੇ ਤੇ ਕੋਈ ਅਹਿਸਾਨ ਤਾਂ ਹੈ ਨਹੀਂ ਮਾਪਿਆਂ ਦੇ ਉੱਤੇ। ਹੁਣ ਬਿਲਕੁਲ ਸਹੀ ਗੱਲ ਆ ਤੁਹਾਡੀ, ਸਾਡੀ ਜ਼ਿੰਮੇਵਾਰੀ ਅਸੀਂ ਨਿਭਾ ਵੀ ਰਹੇ ਹਾਂ, ਲੇਕਿਨ ਅਸੀਂ ਰਿਸਪੈਕਟ ਦੇ ਹੱਕਦਾਰ ਤਾਂ ਹੈਗੇ ਨਾ। ਹਾਂ, ਉਹ ਬਿਲਕੁਲ ਗੱਲ ਠੀਕ ਹੈ ਤੁਹਾਡੀ, ਠੀਕ ਹੈ ਨਾ ਗੱਲ। ਤੋ ਉਹ ਹੁੰਦਾ ਨਾ, ਨਾਲੇ ਤਾਂ ਆਪਾਂ ਮਤਲਬ ਛੱਡਣਾ ਨਹੀਂ ਹੈਗਾ, ਨਾਲ ਇੱਜ਼ਤ ਵੀ ਨਹੀਂ ਦੇਣੀ ਹੈਗੀ। ਮੈਂ ਇੱਕ ਤੁਹਾਨੂੰ ਹੋਰ ਬੜੀ, ਕਿਉਂਕਿ ਮੈਂ ਬੇਸਿਕਲੀ ਮੈਂ ਟੀਚਰ ਹਾਂ ਜੀ, ਮੇਰੇ ਇੱਕ ਬੜੇ ਇਨਸੀਡੈਂਟ ਬਹੁਤ ਪੁਰਾਣਾ ਮੇਰੇ ਸਕੂਲ ਦਾ ਹੈਗਾ। ਮੈਨੂੰ ਇੱਕ ਟੀਚਰ ਲੈ ਕੇ ਆਈ ਬੱਚੇ ਨੂੰ ਛੋਟਾ ਜਿਹਾ, ਉਹ ਕਹਿੰਦੇ ਜੀ ਵੀ ਆ ਸਰ ਸੁਣਿਓ ਕੀ ਗੱਲ ਕਹਿੰਦੀ ਹੈ। ਮੈਂ ਕਿਹਾ ਬੇਟਾ ਕੀ ਕਿਹਾ ਸੀ ਮੈਡਮ ਨੂੰ? ਕਹਿੰਦੇ ਜੀ ਮੈਨੂੰ ਹੱਥ ਲਾਉਣ ਦੀ ਲੋੜ ਨਹੀਂ, ਫੀਸ ਦਿੰਦੇ ਅਸੀਂ। KG ਕਲਾਸ ਦਾ ਬੱਚਾ ਕਹਿ ਰਿਹਾ। ਤੇ ਮੈਂ ਕਿਹਾ ਇਹਦੀ ਮੰਮਾ ਨੂੰ, ਮੈਂ ਉਹਨੂੰ ਬੱਚੇ ਨੂੰ ਬਿਠਾਇਆ, ਉਹਨੂੰ ਬਿਸਕੁਟ ਦਿੱਤੇ। ਮੈਂ ਕਿਹਾ ਪੁੱਤ ਤੈਨੂੰ ਕਿਹਨੇ ਕਿਹਾ ਸੀਗਾ? ਕਹਿੰਦੀ ਮੇਰੀ ਮੰਮੀ ਨੇ। ਤੇ ਮੈਂ ਉਹਦੇ ਮਦਰ ਬੁਲਾ ਲਏ। ਮੈਂ ਕਿਹਾ ਭੈਣ ਜੀ ਤੁਸੀਂ ਇੱਦਾਂ ਕਰਕੇ, ਕਹਿੰਦੀ ਜੀ ਮੈਂ ਇਹਦਾ ਸਿਰ ਵਾਰ ਰਹੀ ਸੀ, ਮੈਂ ਹਾਸੀ 'ਚ ਕਹਿ ਦਿੱਤਾ ਵੀ ਜੇ ਤੈਨੂੰ ਕੁਛ ਕਹੂਗਾ ਕਹਿੰਦੀ ਫੀਸ ਦਿੰਦੇ ਆ। ਮੈਂ ਕਿਹਾ ਜਿਹੜਾ ਇਹ ਤੁਸੀਂ ਇਹਨੂੰ ਐਜੂਕੇਟ ਕਰ ਰਹੇ ਹੋ, ਇਹ ਤੁਹਾਨੂੰ ਦੁੱਖ ਹੋਣਗੇ ਇਨ ਫਿਊਚਰ। ਪੁਰਾਣੇ ਦੇਖੋ ਟਾਈਮ ਦੇ ਵਿੱਚ ਗੁਰੂ ਦਾ ਸਤਿਕਾਰ ਸੀ, ਇੱਜ਼ਤ ਸੀ। ਜੇ ਅੱਜ ਅਸੀਂ ਬੱਚਿਆਂ ਦੇ ਸਾਹਮਣੇ ਉਹਨਾਂ ਦੇ ਟੀਚਰ ਬਾਰੇ ਮੰਦਾ ਬੋਲਾਂਗੇ, ਚੰਗਾ ਬੋਲਾਂਗੇ, ਹੁਣ ਇੱਕ ਪਾਸੇ ਤਾਂ ਤੁਸੀਂ ਕਹੀ ਜਾਂਦੇ ਜੀ ਇਹ ਮਾਫੀਆ, ਇਹ ਫਲਾਣਾ ਤੇ ਨਾਲੇ ਤੁਸੀਂ ਉਹ ਸਕੂਲਾਂ 'ਚ ਪੜ੍ਹਾ ਰਹੇ ਹੋ, ਇੱਕ ਮਾਫੀਆ ਛੱਡ ਕੇ ਦੂਜੇ ਦੇ ਪੜ੍ਹਾ ਲਓਗੇ, ਤੁਹਾਡਾ ਬੱਚਾ ਕੀ ਸਿੱਖੂਗਾ? ਮੈਂ ਕਿੰਨਾਂ ਕੋਲੋਂ ਐਜੂਕੇਸ਼ਨ ਗ੍ਰੈਂਡ ਕਰ ਰਿਹਾ। ਹੁਣ ਜਦੋਂ ਫੰਕਸ਼ਨ ਹੋਊਗਾ ਐਨੂਅਲ, ਫਿਰ ਉਹੀ ਮਾਫੀਆ ਉਹਦੇ ਗਲ 'ਚ ਹਾਰ ਪਾਊਗਾ, ਫਿਰ ਤੁਸੀਂ ਉਹਨੂੰ ਫਰੇਮ ਕਰਕੇ ਲਾਓਗੇ, ਫਿਰ ਉਹ ਲੋਕਾਂ ਨੂੰ ਕੀ ਦੱਸੋਗੇ? ਫਿਰ ਤੁਸੀਂ ਦੱਸੋਗੇ ਵੀ ਇਹ ਚੇਅਰਮੈਨ ਆ, ਜਾਂ ਇਹ ਪ੍ਰਿੰਸੀਪਲ ਆ, ਜਾਂ ਇਹ ਲੁਟੇਰੇ ਨੇ, ਜਾਂ ਇਹ ਦੁਕਾਨਦਾਰ ਨੇ। ਫਿਰ ਕੀ ਦੱਸੋਗੇ ਤੁਸੀਂ? ਇੱਕ ਐ ਨਹੀਂ, ਅਸੀਂ ਕਹਿ ਰਹੇ ਹਾਂ ਵੀ ਦੇਖੋ ਇਹ ਹੁੰਦਾ ਟਕਰਾਅ ਹੁੰਦਾ, ਇਹਨੂੰ ਢੰਗ ਨਾਲ ਸਲੀਕੇ ਨਾਲ ਲੜਨਾ ਚਾਹੀਦਾ।
ਪੇਰੈਂਟਸ ਨੂੰ ਦੁੱਖ ਹੋ ਸਕਦੇ ਨੇ, ਆਪਦੀ ਗੱਲ ਰੱਖਣ। ਸਕੂਲ ਵਾਲਿਆਂ ਨੂੰ ਦੁੱਖ ਹੋ ਸਕਦੇ ਨੇ, ਆਪਦੀ ਗੱਲ ਰੱਖਣ। ਸਕੂਲ ਵਾਲਿਆਂ ਨੂੰ ਕਿਸੇ ਦਾ ਹੱਕ ਨਹੀਂ ਹੈਗਾ ਵੀ ਕੋਈ ਫੀਸ ਕਰਕੇ ਅਸੀਂ ਬੱਚੇ ਨੂੰ ਬੇਇੱਜ਼ਤ ਕਰੀਏ, ਉਹਦੇ ਪੇਰੈਂਟਸ ਨੂੰ ਬੇਇੱਜ਼ਤ ਕਰੀਏ। ਸੋ ਸਾਨੂੰ ਇਹ ਸਮਝਣਾ ਪਊਗਾ। ਪਰ ਤੁਰੀ ਸਾਹਿਬ ਇਹ ਅਜਿਹੇ ਵੀ ਤੁਸੀਂ ਮੇਰੀ ਜ਼ਿਕਰ ਕਰ ਰਹੇ ਹੋ ਕਿ ਤੁਹਾਡੇ ਕੋਲ ਖਬਰਾਂ ਆਉਂਦੀਆਂ, ਮੇਰੇ ਕੋਲ ਤਾਂ ਖਬਰਾਂ ਹੋਰ ਵੀ ਬਥੇਰੀਆਂ ਆਉਂਦੀਆਂ ਕਿ ਤੁਸੀਂ ਰਿਜ਼ਲਟ ਰੋਕ ਲੈਂਦੇ ਹੋ, ਤੁਸੀਂ ਡਿਗਰੀਆਂ ਨਹੀਂ ਦਿੰਦੇ, ਤੁਸੀਂ ਐਗਜ਼ਾਮ ਦੇ ਵਿੱਚੋਂ ਬੱਚੇ ਨੂੰ ਉਠਾ ਦਿੰਦੇ ਹੋ ਕਿ ਨਹੀਂ ਤੇਰੀ ਫੀਸ ਨਹੀਂ ਆਈ, ਤੈਨੂੰ ਐਗਜ਼ਾਮ ਨਹੀਂ ਦੇਣਾ। ਇਹ ਅਜਿਹੇ ਇਨਸੀਡੈਂਟ ਵੀ ਹੁੰਦੇ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਜਿਹੇ ਇਨਸੀਡੈਂਟ ਸਾਹਮਣੇ ਆਉਂਦੇ ਨੇ, ਹੋ ਸਕਦਾ ਮੈਂ ਸਾਰੇ ਨਹੀਂ ਕਹਿੰਦਾ ਕਿ 5-7-10% ਹੀ ਹੋਣ, ਤੁਹਾਨੂੰ ਨਹੀਂ ਲੱਗਦਾ ਕਿ ਬਾਕੀ ਸਾਰੇ ਅਕਸ ਖਰਾਬ ਕਰਦੇ ਨੇ? ਫਿਰ ਤੁਹਾਨੂੰ ਕਾਹਦੇ ਵਾਸਤੇ ਚੁਣਿਆ? ਤੁਹਾਨੂੰ ਪ੍ਰਧਾਨ ਉਹਨਾਂ ਨੇ ਫੈਡਰੇਸ਼ਨ ਦਾ ਬਣਾਇਆ, ਫਿਰ ਤੁਸੀਂ ਕਾਰਵਾਈਆਂ ਕਿਉਂ ਨਹੀਂ ਕਰਦੇ? ਮੈਨੂੰ ਲੋਕ ਅਕਸਰ ਫੋਨ ਕਰ ਲੈਂਦੇ ਨੇ ਤੇ ਮੈਂ ਹੈਲਪ ਵੀ ਕਰਦਾ, ਪਰ ਮੇਰਾ ਵੀ ਇੱਕ ਇੱਥੇ ਸਵਾਲ ਹੈ। ਤੁਸੀਂ ਇੱਕ ਸੰਸਥਾ ਰਨ ਕਰ ਰਹੇ ਹੋ, ਤੁਹਾਡੇ ਕੋਲ ਇੱਕ ਬੱਚਾ ਪੜ੍ਹ ਰਿਹਾ ਜੀ, ਉਹ ਜਦੋਂ ਕਰੋਨਾ ਨਹੀਂ ਲੱਗਿਆ ਸੀ 19-20 ਦੇ ਵਿੱਚ ਉਸ ਦੀ ਫੀਸ ਰਹਿੰਦੀ ਸੀ ਜਦ ਨੂੰ ਸਿੰਗਲਾ ਸਾਹਿਬ ਦੀ ਅਨਾਉਂਸਮੈਂਟ ਹੋ ਗਈ, ਉਹਨੇ ਨਹੀਂ ਭਰੀ, ਉਹ ਵੀ ਰੋਕਤੀ, ਉਹਨੇ ਰੋਕ ਲਈ। 2021 ਪੂਰਾ ਸੈਸ਼ਨ ਲੰਘ ਗਿਆ, ਉਹਨੇ ਫੀਸ ਨਹੀਂ ਭਰੀ। 2021 ਦੇ ਵਿੱਚ ਪੇਪਰ ਡਰਦੇ ਮਾਰੇ ਲੈ ਲਏ। ਕਿਉਂ ਲੈ ਲਏ? ਕਿਉਂਕਿ ਕੋਰਟ ਨੇ ਵੀ ਕਿਹਾ ਸੀਗਾ, ਸਰਕਾਰ ਵੀ ਕਹਿੰਦੀ ਟੰਗ ਦੂੰ, ਤੁਹਾਡਾ NOC ਕੈਂਸਲ ਕਰ ਦੂੰਗਾ। ਉਹਨੇ 2021 'ਚ ਵੀ ਫੀਸ ਨਹੀਂ ਭਰੀ, ਹੁਣ ਉਹਨੇ 21-22 'ਚ ਵੀ ਨਹੀਂ ਫੀਸ ਭਰੀ। ਹੁਣ ਤੁਸੀਂ ਦੱਸੋ ਵੀ ਕੀ ਕਰਨਾ ਚਾਹੀਦਾ? ਹੁਣ ਸਰਕਾਰ ਕਹਿੰਦੀ ਰੋਲ ਨੰਬਰ ਨਹੀਂ ਰੋਕਣਾ ਚਾਹੀਦਾ, ਰੋਲ ਨੰਬਰ ਨਹੀਂ ਰੋਕਿਆ। ਪੇਪਰਾਂ 'ਚ ਬੈਠਣਾ ਨਹੀਂ ਰੋਕਣਾ, ਪੇਪਰਾਂ 'ਚ ਬਿਠਾਤਾ, ਹੁਣ ਰਿਜ਼ਲਟ ਬਣਾ ਰੋਕੇ। ਫਿਰ ਜਿਹੜੇ ਨਾਲ ਦੇ ਪੇਰੈਂਟਸ ਫੀਸ ਭਰ ਰਹੇ ਨੇ ਉਹਨਾਂ ਨੇ ਕੀ ਗੁਨਾਹ ਕਰ ਲਿਆ? ਸਾਨੂੰ ਐਂ ਤਾਂ ਦੱਸ ਦੇਵੇ ਸਰਕਾਰ ਵੀ ਜੇ ਬੰਦਾ ਕੋਈ ਸਾਲ 2 ਸਾਲ ਫੀਸ ਨਹੀਂ ਭਰਦਾ ਫਿਰ ਅਸੀਂ ਕੀ ਕਰੀਏ? ਇਹ ਹਰੇਕ ਬੰਦਾ ਨਹੀਂ ਇਹ ਫਾਇਦਾ ਉਠਾ ਰਿਹਾ। ਬਿਲਕੁਲ ਇਹ ਉਹੀ ਜਿਹੜੇ ਮੈਂ ਤੁਹਾਨੂੰ ਦੱਸੇ ਨੇ। ਪਰ ਸਵਾਲ ਉਹੀ ਖੜਾ ਹੁੰਦਾ ਹੈ ਕਿ ਰੇੜਕਾ ਤੁਹਾਡਾ ਤੇ ਮਾਪਿਆਂ ਦਾ, ਭੁਗਤ ਦਾ ਬੱਚਾ ਹੈ। ਇੱਕ ਬੱਚੇ ਦੇ ਮਨ ਦੇ ਵਿੱਚ ਤੁਰੀ ਸਾਹਿਬ ਕੀ ਆਏਗਾ ਜਦੋਂ ਉਹਦੇ ਮਨ ਚ ਤਾਂ ਆਊਗਾ ਨਾ ਕਿ ਮੇਰੇ ਮਾਪੇ ਨੇ ਫੀਸ ਨਹੀਂ ਭਰੀ ਤੇ ਮੇਰਾ ਰਿਜ਼ਲਟ ਰੋਕ ਲਿਆ ਗਿਆ, ਬਾਕੀ ਬੱਚਿਆਂ ਨੂੰ ਰਿਜ਼ਲਟ ਰਿਲੀਜ਼ ਹੋ ਗਿਆ। ਫਿਰ ਮੈਂ ਤਾਂ ਉਸ ਬੌਧਿਕ ਸਥਿਤੀ ਦੇ ਵਿੱਚ ਸਮਝ ਰਿਹਾ ਕਿ ਉਹ ਬੱਚੇ ਦਾ ਕੀ ਕਸੂਰ ਹੈ। ਮੈਂ ਹੁਣ ਦੱਸਣਾ ਚਾਹਣਾ, ਮੈਂ ਇੱਕ ਪੇਰੈਂਟਸ ਹਾਂ, ਮੈਂ 19-20 ਦੀ ਫੀਸ ਨਹੀਂ ਭਰ ਸਕਿਆ, ਮੇਰੇ ਆਰਥਿਕ ਹਾਲਾਤ ਖਰਾਬ ਹੋ ਗਏ, ਮੈਂ 20-21 ਦੀ ਫੀਸ ਨਹੀਂ ਭਰ ਸਕਿਆ। ਕੀ ਮੇਰਾ ਫਰਜ਼ ਨਹੀਂ ਹੈਗਾ ਵੀ ਮੈਂ 21-22 ਦੇ ਵਿੱਚ ਕੋਈ ਆਪਦਾ ਇੰਤਜ਼ਾਮ ਹੋਰ ਕਰ ਲਵਾਂ, ਮੈਂ ਸਲੈਬ ਡਾਊਨ ਕਰ ਲਵਾਂ? ਜਿਹੜੇ ਤੁਹਾਡੇ ਚੈਨਲ ਤੇ ਆ ਕੇ ਜਿੰਨੇ ਬੰਦੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਪੁੱਛਿਓ ਉਹਨਾਂ ਦੇ ਬੱਚੇ ਕਿਹੜੇ ਸਕੂਲਾਂ 'ਚ ਪੜ੍ਹਦੇ ਨੇ ਜਿਨ੍ਹਾਂ ਦੀ ਫੀਸ 5,000-6,000 ਰੁਪਏ ਪਰ ਮੰਥ ਆ। ਉਹ 3,000 ਵਾਲੇ 'ਚ 2,000 ਵਾਲੇ 'ਚ ਬੱਚੇ ਪਾਉਣ ਨੂੰ ਤਿਆਰ ਨਹੀਂ ਹੈਗੇ। ਉਹ ਕਹਿੰਦੇ ਪੜ੍ਹਨਾ ਵੀ ਇੰਨੇ ਵਾਲੇ 'ਚ ਹੀ ਆ, ਸਾਡੀ ਆਰਥਿਕ ਹਾਲਾਤ ਵੀ ਖਰਾਬ ਆ, ਅਸੀਂ ਪੈਸੇ ਵੀ ਨਹੀਂ ਦੇਣੇ। ਤਾਂ ਮੈਂ ਸਮਝਦਾ ਇੱਥੇ ਹੱਲ ਕੀ ਆ? ਅਗਰ ਗੌਰਮੈਂਟ ਨਾ ਸਪਸ਼ਟ ਹੋਵੇ, ਲੋਕਾਂ ਨੂੰ ਲੜਾਉਣਾ ਬੰਦ ਕਰਨਾ ਚਾਹੁੰਦੀ ਹੋਵੇ, ਤਾਂ ਉਹ ਕਹਿੰਦੇ ਨੇ ਭਾਈ ਵੀ ਜੇ ਕਿਸੇ ਸਕੂਲ ਦੇ ਵਿੱਚ ਪੜ੍ਹਦੇ ਹੋਏ ਬੱਚੇ ਦੀ ਕੋਈ ਆਰਥਿਕ ਸਥਿਤੀ ਖਰਾਬ ਹੋ ਜਾਂਦੀ ਹੈ ਤਾਂ ਸਕੂਲ ਦਾ ਫਰਜ਼ ਹੈ ਉਹਦੀ ਪੜ੍ਹਾਈ ਨਾ ਰੋਕੇ। ਠੀਕ ਹੈ ਨਾ? ਮੈਂ ਲਿਖਤੀ ਦੇਣ ਨੂੰ ਤਿਆਰ ਹਾਂ ਸਾਰੇ ਸਕੂਲਾਂ ਵੱਲੋਂ, ਠੀਕ ਹੈ ਵੀ ਅਸੀਂ ਤਾਂ ਰੋਲ ਨੰਬਰ ਵੀ ਦੇਵਾਂਗੇ, ਰਿਜ਼ਲਟ ਵੀ ਦੇਵਾਂਗੇ। ਠੀਕ ਹੈ ਨਾ ਗੱਲ? ਅਗਲੇ ਸਾਲ ਲਈ ਤਾਂ ਆਪਦਾ ਇੰਤਜ਼ਾਮ ਕਰੇ ਨਾ ਜੀ ਉਹ, ਜਾਂ ਫਿਰ ਸਰਕਾਰ ਉਹਨੂੰ ਓਟੇ, ਫਿਰ ਰਿਮਬਰਸਮੈਂਟ ਸਰਕਾਰ ਕਰੇ। ਇਹ ਹਰਪ੍ਰੀਤ ਜੀ ਇਹਨੂੰ ਐ ਲਾਈਨ ਖਿੱਚ ਕੇ ਨਹੀਂ ਕਲੀਅਰ ਕੀਤਾ ਜਾ ਸਕਦਾ ਵੀ ਇਹ ਪੇਰੈਂਟਸ ਗਲਤ ਨੇ ਜਾਂ ਹੋਰ ਨੇ। ਸਾਡੇ ਵਿੱਚ ਵੀ ਕਈ ਬੰਦੇ ਗਲਤੀਆਂ ਕਰਦੇ ਨੇ, ਪੇਰੈਂਟਸ ਵੀ ਕਈ ਇਹੋ ਜਿਹੇ ਨੇ ਦੂਜਿਆਂ ਲਈ। ਹੁਣ ਦੇਖੋ ਮੈਂ ਇੱਕ ਸਵਾਲ ਉਲਟਾ ਪੁੱਛਦਾ, ਇੱਕ ਕਲਾਸ ਦੇ ਵਿੱਚ ਇੱਕ ਬੱਚਾ ਫੀਸ ਨਹੀਂ ਭਰ ਰਿਹਾ, ਸਾਰੇ ਬੱਚਿਆਂ ਨੂੰ ਪਤਾ, ਇਹ ਵੀ ਪਤਾ ਉਹਨੂੰ ਦੂਜੇ ਸਾਲ ਵੀ ਨਹੀਂ ਭਰੀ, ਇਹ ਵੀ ਪਤਾ ਉਹਨੂੰ ਪੇਪਰਾਂ 'ਚ ਬਿਠਾਤਾ, ਫਿਰ ਉਹ ਦੂਜੇ ਕਿਉਂ ਭਰਨਗੇ? ਉਹ ਕਹਿਣਗੇ ਵੀ ਸਾਡਾ ਵੀ ਕੀ ਕਸੂਰ ਹੈ। ਚਲੋ ਆਪਣੇ ਕੋਲ ਸਮਾਂ ਘੱਟ ਹੈ, ਦੂਜੇ ਮੁੱਦੇ ਤੇ ਵੀ ਨਾ ਇੱਕ ਹਾਲ ਹੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ, ਬੜੀ ਮੰਦਭਾਗੀ ਘਟਨਾ ਹੈ, ਜਿੰਨਾ ਨਿੰਦਿਆ ਜਾਵੇ ਉਨਾ ਘੱਟ ਹੈ। ਗੁਰਦਾਸਪੁਰ ਦੇ ਵਿੱਚ ਇੱਕ ਛੋਟੀ 4 ਸਾਲ ਦੀ ਬੱਚੀ ਦੇ ਨਾਲ ਰੇਪ ਹੁੰਦਾ, ਸਕੂਲ ਤੇ ਐਲੀਗੇਸ਼ਨ ਲੱਗੇ ਨੇ ਕਿ ਸਕੂਲ ਦੇ ਵਿੱਚ ਮਾੜਾ ਕਾਰਾ ਹੋਇਆ, ਜਿਸ ਤੋਂ ਬਾਅਦ ਚੇਅਰਮੈਨ ਸਾਹਿਬ ਤੇ ਉਹਨਾਂ ਦੇ ਬੇਟੇ ਨੂੰ ਫੜ ਕੇ ਅੰਦਰ ਕਰ ਦਿੱਤਾ। ਤੁਸੀਂ ਫਿਰ ਵੀ ਉਹਨਾਂ ਦੇ ਹੱਕ 'ਚ ਖੜੇ ਹੋ? ਮਤਲਬ ਇੱਕ ਸਮਾਜ ਦੇ ਵਿੱਚ ਐਡਾ ਗੰਦਾ ਕੰਮ ਹੋਇਆ, ਤੁਹਾਨੂੰ ਤਾਂ ਸਹਾਨੁਭੂਤੀ ਹੋਣੀ ਚਾਹੀਦੀ, ਪਰਿਵਾਰ ਨਾਲ ਖੜਨਾ ਚਾਹੀਦਾ, ਤੁਸੀਂ ਫਿਰ ਵੀ ਸਕੂਲ ਨਾਲ ਖੜੇ ਹੋ ਕਿਉਂਕਿ ਉਹ ਤੁਹਾਡੇ ਭਾਈਵਾਲ ਨੇ। ਨਹੀਂ, ਮੈਂ ਪਰਸੋਂ ਜੀ ਅਸੀਂ ਸਾਰੀ ਟੀਮ ਉੱਥੇ ਗਏ ਸੀ, 300-400 ਸਕੂਲ ਗਏ ਸੀਗੇ ਅਸੀਂ। ਅਖਬਾਰਾਂ 'ਚ ਬਿਆਨ ਪੜ੍ਹ ਲਓ, ਅਸੀਂ ਕਿਹਾ ਵੀ ਦੋਸ਼ੀਆਂ ਨੂੰ ਫੜ ਕੇ ਨੂੰ ਫਾਂਸੀ ਦੀ ਸਜ਼ਾ ਦਿਓ, ਪਰ ਕਿਹਨੂੰ ਦਿਓਗੇ? ਦੋਸ਼ੀਆਂ ਨੂੰ। ਠੀਕ ਹੈ? ਉੱਥੇ ਕੀ ਹੋਈ ਹੈ ਘਟਨਾ ਜੋ ਅਸੀਂ ਜਾ ਕੇ ਉੱਥੇ ਚੈੱਕ ਕੀਤਾ, ਲੜਕੀ। ਧੂਰੀ ਸਾਹਿਬ, ਸਕੂਲ ਦੇ ਵਿੱਚ ਜੇ ਕੋਈ ਘਟਨਾ ਹੁੰਦੀ ਹੈ ਤਾਂ ਦੋਸ਼ੀ ਕੌਣ ਹੈ? ਕੀ ਜ਼ਿੰਮੇਵਾਰੀ ਸਕੂਲ ਵਾਲਿਆਂ ਦੀ ਨਹੀਂ ਹੈ? ਚੇਅਰਮੈਨ ਸਾਹਿਬ ਦੀ? ਅਲੱਗ-ਅਲੱਗ ਤਰ੍ਹਾਂ ਦੀ ਜ਼ਿੰਮੇਵਾਰੀ ਨੇ, ਮੈਂ ਉਹੀ ਐਕਸਪਲੇਨ ਕਰਦਾ। ਦੇਖੋ, ਦੂਜੇ ਨੂੰ ਇੱਕਦਮ ਕਹਿ ਦੇਣਾ ਤੇ ਅਸਲੀਅਤ ਦੇ ਵਿੱਚ ਹੋਣਾ ਤਾਂ ਵੱਖਰੀ ਗੱਲ ਹੈ ਜੀ। ਹੁਣ ਉਹ ਹੋਇਆ ਕੀ, ਲੜਕੀ ਵੈਨ 'ਚ ਉਤਰੀ ਆ, ਪੂਰੀ ਵੀਡੀਓ ਫੁਟੇਜ ਆ, ਕੋਰੀਡੋਰ 'ਚ ਗਈ ਹੈ, ਕਲਾਸ 'ਚ ਗਈ ਹੈ, ਕਲਾਸ 'ਚ ਬੈਠੇ ਦੀ ਪੂਰੀ ਵੀਡੀਓ ਆ, ਵਾਪਸ ਆਉਂਦੀ ਦੀ ਆ, ਉਹਦੀ ਮਦਰ ਆਪ ਲੈ ਕੇ ਗਈ ਹੈ, ਫਿਰ ਉਹ ਮਾਰਕੀਟ 'ਚ ਗਈ ਹੈ, ਉੱਥੇ ਜਾ ਕੇ ਪਰਚੇਜਿੰਗ ਕੀਤੀ ਆ। ਸ਼ਾਮ ਨੂੰ ਸਾਡੇ ਕੋਲ ਵੀਡੀਓ ਆ, ਉਹ ਮੁਹੱਲੇ 'ਚ ਖੇਡ ਰਹੀ ਹੈ ਲੜਕੀ। ਉਸ ਤੋਂ ਬਾਅਦ ਜਿਹੜਾ ਹੈਗਾ 10 ਵਜੇ ਉਹਨੂੰ ਪ੍ਰੋਬਲਮ ਆਈ ਆ ਸਾਨੂੰ, ਅਸੀਂ ਪੇਰੈਂਟਸ, ਸਾਡੀ ਬੱਚੀ ਆ ਉਹ, ਅਸੀਂ ਕਹਿ ਰਹੇ ਹਾਂ ਵੀ ਦੋਸ਼ੀਆਂ ਨੂੰ ਟੰਗ ਦਿਓ, ਪਰ ਅਸੀਂ ਪੁਲਿਸ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਇਨਵੈਸਟੀਗੇਸ਼ਨ, ਸਕੂਲ ਦਾ ਤੁਹਾਨੂੰ ਸਾਰਾ ਰਿਕਾਰਡ ਪਤਾ ਲੱਗ ਗਿਆ, ਬਾਹਰ ਵੀ ਤਾਂ ਇਨਵੈਸਟੀਗੇਸ਼ਨ ਕਰ ਲਓ। ਤੇ ਅਗਲੀ ਗੱਲ, ਉਹ ਜਿਹੜੇ ਚੇਅਰਮੈਨ ਸਾਹਿਬ ਨੇ ਉਹ ਬਜ਼ੁਰਗ ਬੰਦੇ ਨੇ, ਬਹੁਤ ਸਿਆਣੇ ਬੰਦੇ ਨੇ, ਸੁਲਝੇ ਹੋਏ ਨੇ।
ਹੁਣ ਇੱਥੇ ਤੁਸੀਂ ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਤਾਂ ਹੀ ਬਣਦੇ ਨੇ ਜੇ ਸਕੂਲ 'ਚ ਘਟਨਾ ਵਾਪਰਦੀ ਹੈ ਤਾਂ। ਜੇ ਘਟਨਾ ਸਕੂਲ 'ਚ ਵਾਪਰੀ ਹੀ ਮਾਂ-ਬਾਪ ਸਿੱਧਾ ਇਲਜ਼ਾਮ ਲਾ ਰਹੇ ਕਿ ਸਕੂਲ 'ਚ ਨਹੀਂ, ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਹੈਗਾ, ਉੱਥੇ ਹਾਈਵੇ ਜਾਮ ਹੋ ਗਿਆ। ਉਹ ਕਹਿੰਦੇ ਜੀ ਬਸ ਜੇ ਉਹੀ ਗੱਲ ਜਿਹੜਾ ਤੁਸੀਂ ਕਹਿੰਦੇ ਵੀ ਇੰਨਾ ਵਿਰੋਧ ਕਿਉਂ ਆ, ਉਹ ਕਹਿੰਦੇ ਫੜ ਕੇ ਮੈਨੇਜਮੈਂਟ ਅੰਦਰ ਕਰੋ। ਮੈਨੇਜਮੈਂਟ ਅੰਦਰ ਕਰਤੀ। ਉੱਥੇ ਪੁਲਿਸ ਨੂੰ ਵੀ ਪਤਾ ਵੀ ਨਿਰਦੋਸ਼ ਨੇ, ਸਭ ਨੂੰ ਪਤਾ ਨਿਰਦੋਸ਼ ਨੇ। ਹੁਣ ਮੇਰਾ ਇੱਕ ਸਵਾਲ ਆ, ਤੁਹਾਡੇ ਸ਼ਹਿਰ ਦੇ ਵਿੱਚ ਪੁਰਾਣੀਆਂ ਆਰੀਆ ਹੋਰ ਸਿੰਘ ਸਭਾ ਗੁਰਦੁਆਰੇ ਨੇ, ਹੋਰ ਨੇ ਟਰਸਟ ਸੁਸਾਇਟੀਆਂ ਹੁੰਦੇ ਨੇ ਨਾ ਜੀ, ਉਹਦਾ ਇੱਕ ਬਜ਼ੁਰਗ ਚੇਅਰਮੈਨ ਹੁੰਦਾ ਜਿਹੜਾ ਕਦੇ ਸੰਸਥਾ 'ਚ ਇੱਕ ਅੱਧੀ ਵਾਰੀ ਆਉਂਦਾ ਸਾਲ 'ਚ। ਹੁਣ ਉਹ ਸੰਸਥਾ ਵਿੱਚ ਕੋਈ ਘਟਨਾ ਵਾਪਰ ਜਾਂਦੀ ਹੈ, ਮੈਂ ਤਾਂ ਇਹ ਵੀ ਕਹੂੰਗਾ ਵੀ ਵਾਪਰ ਜਾਂਦੀ ਹੈ, ਮੰਨ ਲਓ ਉਹ ਸੰਸਥਾ ਦੀ ਬੱਸ ਨਾਲ ਕੋਈ ਘਟਨਾ ਵਾਪਰ ਜਾਂਦੀ, ਤੁਸੀਂ ਉਹਨੂੰ ਅੰਦਰ ਕਰੋਗੇ? ਜਿਹਨੇ ਆਪਦੀ ਸਾਰੀ ਜ਼ਿੰਦਗੀ ਕਿਸੇ ਚੈਰਿਟੀ 'ਚ ਲਾਤੀ, ਤੁਸੀਂ ਉਹਨੂੰ ਅੰਦਰ ਕਰੋਗੇ? ਇਹ ਕਾਨੂੰਨ ਆ, ਕਿਹਦੇ ਲਈ ਹੈ? ਸਿਰਫ ਪ੍ਰਾਈਵੇਟ ਸੰਸਥਾਵਾਂ ਵਾਸਤੇ। ਜੇ ਸਰਕਾਰੀ ਸਕੂਲ 'ਚ ਘਟਨਾ ਵਾਪਰਦੀ ਹੈ, ਕੀ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਤੇ ਕਰੋਗੇ ਕਾਰਵਾਈ? ਡੀਓ ਤੇ ਕਰੋਗੇ ਕਾਰਵਾਈ? ਜੋ ਜ਼ਿੰਮੇਵਾਰ ਹੈ ਉਹਦੇ ਲਈ ਕਰੋ, ਉਹਦੇ ਤੇ ਇਹੀ ਤਾਂ ਰੋਣਾ ਜੀ। ਅਸੀਂ ਦੇਖੋ ਇੱਕ ਲੇਡੀ ਪ੍ਰਿੰਸੀਪਲਸ ਨੇ ਸਕੂਲਾਂ ਦੇ ਵਿੱਚ, 90% ਲੇਡੀਜ਼ ਪ੍ਰਿੰਸੀਪਲ ਨੇ। ਕਾਨੂੰਨ ਕੀ ਕਹਿੰਦਾ ਵੀ ਜੇਕਰ ਸਕੂਲ ਦੀ ਬੱਸ ਨਾਲ ਕੋਈ ਦੁਰਘਟਨਾ ਬਾਹਰ ਹੋ ਗਈ, ਇੱਕ ਸਕੂਲ 'ਚ 20 ਬੱਸਾਂ ਨੇ, ਹੁਣ ਪ੍ਰਿੰਸੀਪਲ 20 ਵੰਡ ਕੇ ਚਲੀ ਜਾਵੇ? ਜਾਂ ਤਾਂ ਸਾਨੂੰ ਇਸ ਦਾ ਵੀ ਕੋਈ ਅਫਸੋਸ ਨਹੀਂ ਹੈਗਾ, ਜਰਾ ਸਾਰਿਆਂ ਨੂੰ ਇੰਨਾ ਜ਼ਿੰਮੇਵਾਰ ਬਣਾ ਦਿਓ, ਡੀਸੀ ਸਾਹਿਬਾਨ ਨੂੰ, ਐਸਐਸਪੀ ਸਾਹਿਬਾਨ ਨੂੰ, ਡੀਓ ਸਾਹਿਬਾਨ ਨੂੰ। ਸਮਾਜ 'ਚ ਸੁਧਾਰ ਹੀ ਬੜਾ ਹੋ ਜੇ ਜੋ ਸਭ ਕੁਝ ਜ਼ਿੰਮੇਵਾਰੀਆਂ ਤੈਅ ਕਰ ਰਹੀ। ਜੇ ਇਹ ਸਿਰਫ ਹੁਣ ਮੰਨ ਲਓ ਡੀਸੀ ਦਫ਼ਤਰ ਐਡਾ ਵੱਡਾ ਦਫ਼ਤਰ ਆ, ਠੀਕ ਹੈ ਨਾ, ਉਹਦੇ 'ਚ ਵਾਸ਼ਰੂਮ 'ਚ ਸਵੀਪਰ ਲੱਗੇ ਹੋਏ ਨੇ, ਹੋਰ ਲੱਗੇ ਨੇ, ਉੱਥੇ ਕੋਈ ਇਨਸੀਡੈਂਟ ਵਾਪਰਦਾ, ਕੀ ਡੀਸੀ ਸਾਹਿਬ ਦੇ ਪਰਚਾ ਦਰਜ ਹੋਊਗਾ? ਔਰ ਕੱਲਾ ਇਹ ਰੂਲ ਸਿਰਫ ਸੈਲਫ ਫਾਈਨਾਂਸਡ ਸੰਸਥਾਵਾਂ ਵਾਸਤੇ। ਅਸੀਂ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਅਸੀਂ ਤਾਂ ਲੜਕੀ ਦੇ ਹੱਕ 'ਚ ਹਾਂ, ਅਸੀਂ ਤਾਂ ਕਹਿ ਰਹੇ ਹਾਂ ਉਹਦਾ 24 ਘੰਟੇ 'ਚ ਇਨਸਾਫ ਦਿਓ, ਪਰ ਇਹ ਕੋਈ ਸਿਆਣਪਣੀ ਨਾ ਜੀ। ਉਹਦੇ ਧਾਰਾਵਾਂ ਪਤਾ ਕੀ ਲੱਗੀਆਂ ਨੇ ਜੀ? ਰੇਪ, ਗੈਂਗ ਰੇਪ ਔਰ ਪ੍ਰੋਤਸਾਹਿਤ ਕਰਨਾ ਇਸ ਚੀਜ਼ ਨੂੰ, ਠੀਕ ਹੈ ਨਾ। ਕੌਣ ਬੰਦਾ ਇਹ ਕੰਮ ਕਰੂਗਾ? ਕੱਲ ਨੂੰ ਕੌਣ ਬੰਦਾ ਸਮਾਜ ਦੇ ਇਹੋ ਜਿਹੇ ਕੰਮਾਂ ਵਿੱਚ ਅੱਗੇ ਆਊਗਾ? ਚੈਰੀਟੇਬਲ ਜਿਹੜੀਆਂ ਪਿਓਰ ਚੈਰੀਟੇਬਲ ਆਰਗੇਨਾਈਜੇਸ਼ਨਸ ਨੇ, ਬਹੁਤ ਸਾਰੇ ਆਪਣੇ ਇਹ ਨੇ, ਜੈਨੀ ਟਰਸਟ ਨੇ, ਦੂਜੇ ਨੇ, ਹੋਰ ਨੇ, ਉਹਨਾਂ ਦੇ ਬਜ਼ੁਰਗ ਬੰਦੇ ਨੇ, ਕੱਲ ਨੂੰ ਤਾਂ 85 ਸਾਲ ਦੇ ਹੋਏ ਨੇ, ਇਹ ਵੀ 70+ ਨੇ ਜਿਹੜੇ ਸਰਦਾਰ ਜੀ ਨੂੰ ਅੰਦਰ ਕੀਤਾ। ਔਰ ਕੀਤਾ ਕਿਉਂ ਆ? ਸੁਣੋ, ਹਾਈਵੇ ਲੋਕਾਂ ਨੇ ਜਾਮ ਕਰਤਾ, ਆ ਕੇ ਰਿਕੁਐਸਟ ਕੀਤੀ ਪੁਲਿਸ ਨੇ ਜੀ ਤੁਸੀਂ 2 ਮਿੰਟ ਆ ਕੇ ਥਾਣੇ 'ਚ ਬੈਠ ਜਾਓ ਵੀ ਚਲੋ ਇਹ ਮਸਲਾ ਠੰਡਾ ਹੋ ਜਾਊਗਾ, ਗਰਮ ਜ਼ਿਆਦਾ ਹੋ ਗਿਆ। ਥਾਣੇ 'ਚ ਬਿਠਾ ਕੇ ਉਹਨਾਂ ਤੇ ਪਰਚਾ ਦਰਜ ਕਰਤਾ। ਉਹ ਕਹਿੰਦਾ ਜੀ ਠੀਕ ਆ ਮੈਂ ਪੇਸ਼ ਹੁੰਨਾ। ਸੋ ਇਸ ਤਰ੍ਹਾਂ ਦੇ ਇਨਸੀਡੈਂਟਸ ਨੇ ਜਿਹੜੀਆਂ ਮੈਂ ਕਹਿੰਦਾ ਬਿਲਕੁਲ ਇਹਨਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਪਰ ਉਹਨੂੰ ਘੱਟੋ ਘੱਟ ਜਿਹੜੇ ਮੈਨੇਜਮੈਂਟ ਪ੍ਰਿੰਸੀਪਲਸ ਨੇ ਜਾਂ ਹੋਰ ਨੇ, ਠੀਕ ਹੈ ਨਾ, ਉਹਨਾਂ ਤੇ ਨਹੀਂ। ਪਤੂਰੀ ਸਾਹਿਬ ਜ਼ਿੰਮੇਵਾਰ ਕਿਹਨੂੰ ਬਣਾਈਏ ਫਿਰ? ਕਿਹਨੂੰ ਬਣਾਇਆ ਜਾਵੇ ਜ਼ਿੰਮੇਵਾਰ ਤੁਹਾਡੇ ਮੁਤਾਬਕ? ਕਿਹਨੂੰ ਬਣਾਉਣਾ ਚਾਹੀਦਾ? ਨਹੀਂ ਮੇਰੀ ਗੱਲ ਸੁਣੋ ਨਾ, ਜੇ ਇੱਕ ਪਰਿਵਾਰ ਇਹ ਇਲਜ਼ਾਮ ਲਾ ਰਿਹਾ ਕਿ ਸਾਡੀ ਬੱਚੀ ਸਕੂਲ ਗਈ, ਸਕੂਲ ਤੋਂ ਆਈ ਹੈ ਔਰ ਸਕੂਲ ਦੇ ਵਿੱਚ ਕਾਰਾ ਹੋਇਆ, ਫਿਰ ਜ਼ਿੰਮੇਵਾਰ ਕੌਣ? ਅਸੀਂ ਇਹ ਕਹਿ ਦਈਏ ਕਿ ਜਾਂਚ ਕਰ ਲਓ ਜੀ, ਲੱਭ ਲਓ ਬੰਦਾ ਕਿਹੜਾ ਹੈਗਾ ਜ਼ਿੰਮੇਵਾਰ। ਮਤਲਬ ਜ਼ਿੰਮੇਵਾਰੀ ਤਾਂ ਤੈਅ ਕਰਨੀ ਪਏਗੀ ਨਾ ਤੂਰੀ ਸਾਹਿਬ। ਮੈਂ ਫਿਰ ਦੁਬਾਰਾ ਉੱਥੇ ਹੀ ਆ ਜਾਣਾ ਕਿ ਜਦੋਂ ਇੱਕ ਬੱਚਾ ਇੱਕ ਸੰਸਥਾ ਦੇ ਹਵਾਲੇ ਕੀਤਾ ਜਾਂਦਾ ਹੈ, ਤਾਂ ਜਦ ਤੱਕ ਉਸ ਸੰਸਥਾ ਦੇ ਵਿੱਚ ਬੱਚਾ ਹੈ ਤਾਂ ਉਹਦੀ ਜ਼ਿੰਮੇਵਾਰੀ ਤੁਹਾਡੀ ਹੈ। ਬਿਲਕੁਲ ਸਾਡੀ ਹੈ ਜੀ, ਪਰ ਮੇਰਾ ਕਹਿਣ ਦਾ ਅਰਥ ਇਹ ਹੈ ਵੀ ਅਗਰ ਕੱਲ ਨੂੰ ਇਹ ਕੇਸ ਦੇ ਵਿੱਚ ਗੱਲ ਹੋਰ ਨਿਕਲ ਆਉਂਦੀ ਹੈ, ਫਿਰ ਉਹ ਇੱਜ਼ਤ ਜਿਹੜੀ ਇੰਸਟੀਟਿਊਸ਼ਨ ਖਤਮ ਹੋ ਗਈ। ਜਿਹੜੇ ਉਸ ਦੇ ਚੇਅਰਮੈਨ ਦੀ ਉਹ ਹੋ ਗਈ, ਹੁਣ ਉਹਦੀ ਵਾਈਫ ਨੇ ਬਿਆਨ ਦਿੱਤਾ ਵੀ ਮੈਂ ਸੁਸਾਈਡ ਕਰ ਲੂੰਗੀ, ਬਿਲਕੁਲ ਮੇਰੇ ਘਰ ਵਾਲਾ ਨਿਰਦੋਸ਼ ਹੈ, ਠੀਕ ਹੈ ਨਾ। ਸਾਡਾ ਸਾਂਝਾ ਫਰਜ਼ ਬਣਦਾ ਦੋਸ਼ੀ ਨੂੰ ਫੜਨਾ, ਠੀਕ ਹੈ ਨਾ ਗੱਲ। ਇਹ ਘਟਨਾਵਾਂ, ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਪੁਲਿਸ ਤੇ ਵੀ ਪ੍ਰੈਸ਼ਰ ਹੈ, ਲੋਕਾਂ ਦਾ ਪ੍ਰੈਸ਼ਰ ਹੈ ਜਾਂ ਜਿਹਦਾ ਮਰਜ਼ੀ ਹੈ, ਪਰਿਵਾਰਕ ਮੈਂਬਰਾਂ ਦਾ ਪ੍ਰੈਸ਼ਰ? ਦੇਖੋ ਲੋਕਾਂ ਦੇ ਜਿਹੜੇ ਜਥੇਬੰਦੀਆਂ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਇਨਸਾਫ ਦਿਵਾਉਣਾ, ਉਹਨਾਂ ਦਾ ਕੰਮ ਹੁੰਦਾ ਪ੍ਰੈਸ਼ਰ ਪਾਉਣਾ, ਠੀਕ ਹੈ ਨਾ ਗੱਲ। ਅਗਰ ਤਾਂ ਇੰਸਟੀਟਿਊਸ਼ਨ ਕੋਆਪਰੇਟ ਨਾ ਕਰ ਰਹੀ ਹੋਵੇ, ਕੋਈ ਫੈਕਟਸ ਹਾਈਡ ਕਰ ਰਹੀ ਹੋਵੇ, ਕੋਈ ਪ੍ਰੂਫ ਹਾਈਡ ਕਰ ਰਹੀ ਹੋਵੇ, ਫਿਰ ਤਾਂ ਤੁਸੀਂ ਉਹਦੇ ਨਾਲ ਇਹੋ ਜਿਹਾ ਦੁਰਵਿਵਹਾਰ ਕਰੋ। ਜਦੋਂ ਉਹਨੇ ਓਪਨ ਕਹਿਤਾ ਵੀ ਸਾਰੀ ਸੰਸਥਾ ਤੁਹਾਡੇ ਹਵਾਲੇ ਜੀ, ਦੋਸ਼ੀ ਲੱਭ ਲਓ, ਠੀਕ ਹੈ ਜੀ ਗੱਲ। 100% ਕੈਮਰੇ ਦੀ ਰਿਕਾਰਡਿੰਗ ਹੈ ਜੀ, 100%। ਦੇਖੋ ਜੇ ਤਾਂ ਨੈਗਲੀਜੈਂਸੀ ਕਈ ਤਰ੍ਹਾਂ ਦੇ ਹੁੰਦੇ ਹਨ, ਕਈ ਚੇਅਰਮੈਨ ਮੈਨੇਜਮੈਂਟ ਦੇ ਹੁੰਦੇ ਨੇ, ਅਸੀਂ ਢੁਕਵੇਂ ਪ੍ਰਬੰਧ ਨਹੀਂ ਕੀਤੇ ਹੋਏ, ਕੁਛ ਨਹੀਂ, ਉੱਥੇ ਤਾਂ ਅਸੀਂ ਦੋਸ਼ੀ ਹੈਗੇ ਹਾਂ। ਪਰ ਇਹੋ ਜਿਹੇ ਕੇਸ ਟੂ ਕੇਸ ਵਿਚਾਰ ਲੈਣਾ ਚਾਹੀਦਾ। ਚਲੋ ਅਸੀਂ ਉਮੀਦ ਕਰਾਂਗੇ ਕਿ ਇਸ ਮਸਲੇ ਦਾ ਜਲਦੀ ਇਨਸਾਫ ਮਿਲੇ। ਜਿਸ ਨੇ ਵੀ ਇਸ ਬੱਚੀ ਦੇ ਨਾਲ ਵਾਹੀਆਨਾ ਹਰਕਤ ਕੀਤੀ ਹੈ, ਵਹਿਸ਼ੀਆਨਾ ਹਰਕਤ ਕੀਤੀ ਹੈ, ਉਹਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਤੁਰੀ ਸਾਹਿਬ ਇੱਕ ਹੋਰ ਗੱਲ ਬੜੀ ਚਰਚਾ ਦੇ ਵਿੱਚ ਅੱਜ ਕੱਲ੍ਹ ਇੱਕ ਗੱਲ ਚੱਲ ਰਹੀ ਹੈ ਕਿ ਨਵੇਂ ਪਾਠਕ੍ਰਮ ਨੇ ਜਿਹੜੇ, ਉਹ ਅਧਿਆਏ ਨੇ ਜਿਹੜੇ, ਉਹ ਐਡ ਆਨ ਕਰਨੇ ਚਾਹੀਦੇ ਨੇ। ਇਹ ਕਰੇਗਾ ਕੌਣ? ਜ਼ਿੰਮੇਵਾਰੀ ਕਿਹਦੀ ਹੈਗੀ ਹੈ? ਨਾ ਤਾਂ ਪੰਜਾਬ ਸਰਕਾਰ ਦੇ ਅਸੀਂ ਪਾਠਕ੍ਰਮ 'ਚ ਕੋਈ ਵੱਡੀ ਤਬਦੀਲੀ ਦੇਖੀ ਹੈ ਪਿਛਲੇ ਟਾਈਮ ਦੇ ਵਿੱਚ, ਨਾ NCERT ਦੀਆਂ ਕਿਤਾਬਾਂ ਦੇ ਵਿੱਚ ਕੋਈ ਤਬਦੀਲੀ ਦੇਖੀ ਹੈ। ਹਾਲਾਂਕਿ NCERT ਦੀਆਂ ਕਿਤਾਬਾਂ ਦੇ ਵਿੱਚ ਕੁਝ ਆਬਜੈਕਸ਼ਨੇਬਲ ਚੀਜ਼ਾਂ ਜ਼ਰੂਰ ਦੇਖੀਆਂ ਨੇ, ਅਸੀਂ ਉਹਦੀ ਚਰਚਾ ਵੀ ਕਰਦੇ ਰਹੇ ਹਾਂ ਵੀ ਇਹ ਅਸੀਂ ਆਪਣੇ ਬੱਚਿਆਂ ਨੂੰ ਕੀ ਪੜ੍ਹਾ ਰਹੇ ਹਾਂ। ਹੁਣ ਤੁਸੀਂ ਕੀ ਮਸੌਦਾ ਤਿਆਰ ਕੀਤਾ? ਦੇਖੋ ਮੈਂ ਇਸ 1.5-2 ਸਾਲ ਦੀ ਲੜਾਈ ਦੇ ਵਿੱਚ ਇੱਕ ਗੱਲ ਮਹਿਸੂਸ ਕੀਤੀ ਹੈ ਵੀ ਇੱਕ ਹੁੰਦਾ ਵੀ ਨਿਰਾ ਉਲਾਂਭੇ ਦੇ ਹੀ ਜਾਣਾ। ਜਿਵੇਂ ਹੁਣ ਆਪਾਂ ਗੱਲ ਕਰਕੇ ਹਟੇ ਹਾਂ ਵਰਦੀਆਂ ਦੀ ਕਿਤਾਬਾਂ ਦੀ ਗੱਲ ਕਰਕੇ ਹਟੇ, ਮੈਂ ਕਹਿ ਰਿਹਾ ਵੀ ਨਵੇਂ ਮੁੱਖ ਮੰਤਰੀ ਸਾਹਿਬ ਸਾਨੂੰ 5 ਬੰਦਿਆਂ ਨੂੰ ਬਣਾਉਣ, ਅਸੀਂ ਉਹ ਹੱਲ ਦੱਸ ਦਿਆਂਗੇ,
ਵੀ ਕਿਵੇਂ ਹੋਏਗਾ ਕਿਵੇਂ ਹੋਊਗਾ ਜੇ ਆਪਾਂ ਹੱਲ ਕਰਨਾ ਚਾਹੁੰਦੇ ਹੋਵਾਂਗੇ। ਹੁਣ ਹਰ ਕੋਈ ਲਾਂਭਾ ਦਿੰਦਾ ਜੀ ਪੰਜਾਬੀ ਖਤਮ ਕਰਤੀ, ਪੰਜਾਬ ਦਾ ਇਤਿਹਾਸ ਗਾਇਬ ਕਰ ਦਿੱਤਾ, ਪੰਜਾਬ ਦਾ ਇਹ ਹੋ ਗਿਆ ਹੱਲ ਕਿਸੇ ਨੇ ਵਿਕਲਪ ਨਹੀਂ ਕੋਈ ਕੀਤਾ। ਨਹੀਂ। ਦੇਖੋ ਸੰਸਥਾਵਾਂ ਕੌਣ ਨੇ? ਪੰਜਾਬ ਸਕੂਲ ਸਿੱਖਿਆ ਬੋਰਡ ਹੈ, ਉਹਦੀਆਂ ਤੋਂ ਮੈਂ ਸਾਰੀਆਂ ਪੁਸਤਕਾਂ ਪੜ੍ਹੀਆਂ, ਉਹਨਾਂ 'ਚ ਕੁਛ ਨਹੀਂ ਹੈਗਾ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡੀ ਵੱਡੀ ਆਰਗੇਨਾਈਜੇਸ਼ਨ ਹੈਗੀ ਹੈ, ਠੀਕ ਹੈ ਨਾ ਗੱਲ, ਉਹ ਆਪਦੇ ਪੱਧਰ ਤੇ ਤਾਂ ਲਿਟਰੇਚਰ ਛਾਪਦੇ ਨੇ, ਲੇਕਿਨ ਕੋਈ ਇਹੋ ਜਿਹਾ ਚੀਜ਼ ਨਹੀਂ ਹੈਗੀ ਜਿਹੜੀ ਅਸੀਂ ਮਤਲਬ ਬੱਚਿਆਂ ਨੂੰ ਉਹ ਦੇ ਸਕੀਏ। ਤਾਂ ਮੈਂ ਤੁਹਾਨੂੰ ਯਾਦ ਹੋਊਗਾ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਪੰਜਾਬ ਦੇ ਲਗਭਗ 2500 ਐਜੂਕੇਸ਼ਨਿਸਟ ਨੇ ਰਾਜ ਸਭਾ ਨੂੰ ਅਸੀਂ ਆਪਦੇ ਰਿਮਾਰਕਸ ਭੇਜੇ ਸੀ ਵੀ ਜਦੋਂ ਇਹਨਾਂ ਨੇ ਕੁਰੀਕੁਲਮ ਰਿਵਾਈਜ਼ ਕਰਨਾ ਤਾਂ ਇਹ ਚੀਜ਼ਾਂ ਵਿੱਚ ਇਨਵੋਲਵ ਕਰਨ ਤੇ ਇਹ ਚੀਜ਼ਾਂ ਹਟਾਉਣ। ਠੀਕ ਹੈ, ਉਦਾਹਰਨ ਦੇ ਵਜੋਂ ਮੇਰੇ ਕੋਲ ਇੱਕ ਆਹ NCERT ਦੀ ਖੁਦ ਦੀ ਛਾਪੀ ਹੋਈ ਆਪ ਛਾਪੀ ਹੋਈ ਪੁਸਤਕ ਹੈ। ਇਸ ਦੇ ਵਿੱਚ 74 ਨੰਬਰ ਪੇਜ ਤੇ ਫਸਟ ਦੀ ਕਿਤਾਬ ਆ ਇਹ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਪਗੜੀ। ਹੁਣ ਇਸ ਦੇ ਵਿੱਚ ਇਹਦੇ ਬਾਰੇ ਲਿਖਿਆ ਪਗੜੀ ਇਤਨੀ ਰਗੜੀ ਇਦਾਂ ਕਰਕੇ ਮੈਲੀ ਪਗੜੀ ਫਟ ਗਈ ਪਗੜੀ। ਫਿਰ ਆਹ ਲੇਡੀ ਦੇ ਬਾਰੇ ਮੋਟੀ ਮਲਕਣ ਇਤਨੀ ਜਗੜੀ। ਇਹ ਚੋਂ ਕੀ ਸਿੱਖਣਗੇ ਬੱਚੇ? ਫਿਰ ਜੀ ਉਸ ਤੋਂ ਬਾਅਦ ਮੈਂ ਸੋਚਿਆ ਵੀ ਇਸ ਤੇ ਕੰਮ ਕਰਾਂ ਥੋੜਾ ਜਿਹਾ। ਮੈਂ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਕਿਤਾਬਾਂ ਵਿੱਚ ਛਾਪੀਆਂ, ਉਹਨਾਂ ਦੀ ਕੁਆਲਿਟੀ ਬਹੁਤ ਵਧੀਆ, ਕੰਟੈਂਟ ਜਿਹੜਾ ਹੈਗਾ ਸੀ ਉਹੀ ਆਪਣਾ ਮੂਰਖ ਗਧਾ ਮੂਰਖ ਰਾਜਾ, ਠੀਕ ਹੈ, ਇੱਦਾਂ ਕਰਕੇ ਇੱਦਾਂ ਦੀਆਂ ਗੱਲਾਂ ਸੀਗੀਆਂ ਨੈਗੇਟਿਵ। ਤੇ ਫਿਰ ਮੈਂ ਕਿਹਾ ਵੀ ਆਪਾਂ ਹੁਣ ਇਹ 'ਤੇ ਥੋੜ੍ਹਾ ਵਰਕ ਸਟਾਰਟ ਕਰੀਏ। ਤੇ ਫਿਰ ਮੈਂ ਕੁਛ ਉਦੇਸ਼ ਬਣਾਏ ਜਿਨ੍ਹਾਂ ਉਦੇਸ਼ਾਂ ਦੀ ਪੂਰਤੀ ਵਾਸਤੇ ਮੈਂ ਲਿਖਾਂ ਕੁਛ ਨਾ ਕੁਛ। ਤਾਂ 35 ਮੈਂ ਉਦੇਸ਼ ਬਣਾਏ। ਉਸ ਦੇ ਤਹਿਤ ਫਿਰ ਮੈਂ ਇਹ 8 ਪਾਠ ਪੁਸਤਕਾਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਨੇ। ਇਹਦੇ ਵਿੱਚ ਹਰ ਇੱਕ ਕਲਾਸ ਦੇ ਵਿੱਚ ਇੱਕ ਗੁਰੂ ਸਾਹਿਬਾਨ ਦਾ ਫਲਸਫਾ ਦਿੱਤਾ। ਪਹਿਲੀ ਕਲਾਸ ਦੇ ਵਿੱਚ ਪਹਿਲੇ ਗੁਰੂ ਸਾਹਿਬਾਨ ਦਾ, ਇਸ ਤਰ੍ਹਾਂ ਹੀ ਦੂਸਰੀ ਦੇ ਵਿੱਚ, ਇਸ ਤਰ੍ਹਾਂ ਹੀ ਤੀਸਰੀ ਦੇ ਵਿੱਚ, ਤੇ ਇਸ ਤਰ੍ਹਾਂ ਹੀ ਚੌਥੀ ਦੇ ਵਿੱਚ 10 ਗੁਰੂ ਸਾਹਿਬਾਨ ਇਹਦੇ ਵਿੱਚ ਕਵਰ ਕਰ ਲਏ, ਜੋ ਕਿ ਪਹਿਲਾਂ ਕਿਤਾਬਾਂ ਦੇ ਵਿੱਚ ਨਹੀਂ ਹੈ ਕਵਰ। 1 ਜਾਂ 2 ਗੁਰੂ ਸਾਹਿਬਾਨ ਦਾ ਫਲਸਫਾ। ਫਿਰ ਉਸ ਤੋਂ ਬਾਅਦ ਪੰਜਾਬ ਫਿਰ ਤੁਹਾਨੂੰ ਨਹੀਂ ਲੱਗਦਾ, ਚਲੋ ਸਨਮਾਨਜਨਕ ਨੇ ਸਾਰੇ ਗੁਰੂ ਸਾਹਿਬਾਨ, ਧਾਰਮਿਕ ਰੰਗਤ ਨਹੀਂ ਦੇ ਰਹੇ ਤੁਸੀਂ ਪਾਠਕ੍ਰਮ ਨੂੰ? ਤੁਸੀਂ ਆਪਾਂ ਗੱਲ ਕਰ ਰਹੇ ਹਾਂ ਜੀ, ਦੇਖੋ ਕੱਲਾ ਮੈਂ ਧਾਰਮਿਕ ਹੁੰਦਾ ਵੀ ਇੱਕ ਫਲਸਫਾ ਦੇ ਰਿਹਾ। ਮੈਂ ਹਿੰਦੂ ਮਤ ਦਾ, ਬੌਧੀ ਮਤ ਦਾ, ਜੈਨੀ ਮਤ ਦਾ, ਮੁਸਲਿਮ ਮਤ ਦਾ ਜਿਹੜਾ ਚੰਗਾ ਫਲਸਫਾ ਬੱਚਿਆਂ ਨੂੰ ਉਹ ਦਿੰਦੇ ਆ। ਇਹੀ ਤਾਂ ਸਾਡੇ ਲੋਕਾਂ ਦੀ ਡਿਮਾਂਡ ਆ ਵੀ ਸਾਨੂੰ ਜੇ ਬਚਾ ਸਕਦਾ ਤਾਂ ਧਰਮ ਹੀ ਬਚਾ ਸਕਦਾ, ਵਿਰਾਸਤ ਬਚਾ ਸਕਦੀ ਹੈ। ਉਸ ਤੋਂ ਬਾਅਦ ਹੁਣ ਤੁਸੀਂ ਜਦੋਂ ਪੰਜਾਬ ਦੇ ਯੋਧਿਆਂ ਦੀ ਗੱਲ ਕਰੋਗੇ ਤਾਂ ਵੱਧੋ ਵੱਧ ਆਪਣੇ ਭਗਤ ਸਿੰਘ ਜੀ ਦਾ ਆ ਜਾਂਦਾ ਪਾਠ, ਊਧਮ ਸਿੰਘ ਜੀ ਦਾ ਆ ਜਾਂਦਾ, ਬਸ ਇੰਨਾ ਹੀ ਆ ਜਾਂਦਾ। ਜਦੋਂ ਹੁਣ ਅਸੀਂ ਰੌਲਾ ਪਾਉਣਾ ਵੀ ਸਾਡੇ ਆਹ ਇਤਿਹਾਸ ਪੜ੍ਹਾਇਆ ਜਾਣਾ ਚਾਹੀਦਾ, ਆਹ ਪੜ੍ਹਾਇਆ ਜਾਣਾ ਚਾਹੀਦਾ, ਉਹ ਹੁਣ ਮੈਂ ਪੰਜਾਬੀ 'ਚ ਛੋਟੀਆਂ ਸਟੋਰੀਆਂ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਪਾਇਆ, ਐਡ ਕੀਤਾ। ਜੇ ਅਗਰ ਆਪਾਂ ਗੱਲ ਕਰੀਏ ਇਹ 4th ਕਲਾਸ ਤੋਂ ਸਟੈਂਡਰਡ ਤੋਂ ਸਟਾਰਟ ਕੀਤਾ ਮੈਂ। ਇਸ ਦੇ ਵਿੱਚ ਆਹ ਜਿਵੇਂ ਮਹਾਨ ਔਰਤਾਂ, ਇਹ ਮਾਤਾ ਖੀਵੀ ਜੀ, ਮਾਈ ਭਾਗੋ, ਬੀਬੀ ਭਾਨੀ ਜੀ, ਮਹਾਰਾਣੀ ਜਿੰਦਾ। 5ਵੀਂ ਕਲਾਸ ਦੇ ਵਿੱਚ ਜਾ ਕੇ ਫਿਰ ਅਸੀਂ ਛੋਟੇ ਸੰਖੇਪ ਦੇ ਵਿੱਚ ਮਹਾਨ ਯੋਧੇ ਦਿੱਤੇ ਨੇ। ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਭਾਈ ਰਾਮ ਸਿੰਘ ਜੀ, ਭਾਈ ਬਘੇਲ ਸਿੰਘ ਜੀ, ਭਾਈ ਫੂਲਾ ਸਿੰਘ ਜੀ। ਇਹ ਸਮੇਂ ਦੀ ਜ਼ਰੂਰਤ ਹੈ ਤੁਹਾਨੂੰ ਲੱਗਦਾ ਕਿ ਇਹ ਚੀਜ਼? ਇਹੀ ਤਾਂ ਸਾਡਾ ਪਿਛੋਕੜ ਆ, ਇਹੀ ਤਾਂ ਸਾਡੀ ਸਟਰੋਂਗ ਚੀਜ਼ ਹੈ ਜਿਹੜੀ ਸਾਡੇ ਬੱਚਿਆਂ ਨੂੰ ਦੱਸੀ ਹੋਣੀ ਗਈ। ਜਿਹੜੇ ਪਹਿਲਾਂ ਅਸੀਂ ਜਦੋਂ ਪੜ੍ਹਦੇ ਸੀ ਇਹ ਚੀਜ਼ਾਂ ਹੁੰਦੀਆਂ ਸੀ, ਗਾਇਬ ਕਰਦਿਆਂ ਮਤੀ ਦਾਸ ਜੀ, ਸਤੀ ਦਾਸ ਜੀ, ਦੀਵਾਨ ਟੋਡਰ ਮੱਲ ਜੀ, ਇਹਨਾਂ ਦਾ ਕੀ ਇਤਿਹਾਸ ਰਿਹਾ। ਅਗਰ ਪੰਜਾਬ ਦੀ ਤੁਸੀਂ ਗੱਲ ਕਰੋਗੇ ਫਿਰ ਇਹ ਆਉਣਗੇ। ਨਹੀਂ ਪਰ ਇਹ ਤੁਸੀਂ ਇੱਕ ਐਗਜ਼ਾਮਪਲ ਬਣਾਈ ਹੈ ਜਾਂ ਕਿਵੇਂ ਹੈ, ਜਾਂ ਇਹ ਪਾਠਕ੍ਰਮ ਦਾ ਅਧਿਆਇ ਬਣੇਗੀ? ਇਹ ਜੀ ਮੈਂ ਕਿਉਂਕਿ ਤੁਹਾਡਾ ਅਧਿਕਾਰ ਖੇਤਰ ਤਾਂ ਲਿਮਿਟਡ ਹੈ ਨਾ ਤੁਸੀਂ NCERT ਦੇ ਵਿੱਚ ਦਖਲ ਦੇ ਸਕਦੇ ਹੋ, ਨਾ ਪੰਜਾਬ ਸਕੂਲ ਐਜੂਕੇਸ਼ਨ ਦੇ ਵਿੱਚ। ਮੈਂ ਤਾਂ ਜੀ ਇਹ ਬਣਾਈਆਂ ਨੇ ਵੀ ਅਗਰ ਕੋਈ ਪੇਰੈਂਟਸ ਆਪਦੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹੋਵੇ। ਅੱਛਾ। ਨੰਬਰ 2, ਮੈਂ ਹੁਣ ਪੰਜਾਬ ਸਰਕਾਰ ਨੂੰ ਆਪਦਾ ਕੰਟੈਂਟ ਦੇਣਾ ਚਾਹੁੰਦਾ ਵੀ ਇਸ ਤਰ੍ਹਾਂ ਦਾ ਕੰਟੈਂਟ ਤੁਸੀਂ ਜਿਹੜਾ ਹੈਗਾ ਬੱਚਿਆਂ ਨੂੰ ਮਤਲਬ ਦਿਓ। ਹੁਣ ਕੱਲ ਦਾ ਇਹ ਇੱਕ ਮੇਰਾ ਲਿਖਿਆ ਹੋਇਆ ਪਾਠ ਜਿਹੜਾ ਹੈਗਾ ਲਗਭਗ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਿਹਾ, ਕਿਸਾਨੀ ਅੰਦੋਲਨ ਦਾ ਹੈਗਾ। ਉਹ ਤੁਸੀਂ ਕਿਹੜੀ ਕਿਤਾਬ ਦੇ ਵਿੱਚ? ਉਹ 6th ਸਟੈਂਡਰਡ ਦੇ ਵਿੱਚ ਮੈਂ ਲਿਖਿਆ ਹੈਗਾ। ਇਹ 11 ਨੰਬਰ ਚੈਪਟਰ ਹੈਗਾ ਇਹ, ਤੇ ਕਿਸਾਨ ਅੰਦੋਲਨ। ਇਹ ਜੀ ਹਰਪ੍ਰੀਤ ਜੀ ਇੰਨਾ ਕੁ ਬੈਲੈਂਸਡ ਲਿਖਿਆ, ਇਹਦੇ ਵਿੱਚ ਕਿਸੇ ਲੀਡਰ ਦਾ ਨਾਂ ਨਹੀਂ ਹੈਗਾ, ਬੱਚਿਆਂ ਨੂੰ ਕਿਸਾਨੀ ਲੀਡਰ ਦਾ ਵੀ ਨਾ ਕਿਸੇ ਦਾ ਨਹੀਂ ਹੈਗਾ ਜੀ। ਠੀਕ ਹੈ ਜੀ ਗੱਲ। ਤੇ ਇਸ ਦੇ ਵਿੱਚ ਬੜੇ ਸਲੀਕੇ ਨਾਲ ਦੱਸਿਆ ਬੱਚਿਆਂ ਨੂੰ ਅੰਦੋਲਨ ਕੀ ਹੁੰਦਾ। ਜ਼ਬਰ, ਜ਼ੁਲਮ ਤੇ ਅਨਿਆਂ ਵਿਰੁੱਧ ਉੱਠੀ ਆਵਾਜ਼ ਨੂੰ ਅੰਦੋਲਨ ਕਿਹਾ ਜਾਂਦਾ।
ਤੇ ਜਿਹੜੇ ਅਸੀਂ ਲੋਕ ਵਕਾਰੀ ਲੋਕ ਹੈਗੇ ਆ, ਅਸੀਂ ਸਾਹਮਣੇ ਕੀਤੇ ਨੇ ਪਹਿਲਾਂ ਵੀ, ਉਹ ਸਾਰਾ ਕੁਝ ਹੈਗਾ। ਫਿਰ ਇਹ 'ਚ ਦੱਸਿਆ ਗਿਆ ਹਰਿਆਣੇ ਤੇ ਪੰਜਾਬ ਦਾ ਕਿਵੇਂ ਪਿਆਰ ਵਧਿਆ, ਉੱਥੇ ਲੰਗਰ ਪ੍ਰਥਾ ਕਿਵੇਂ ਹੋਈ ਆ, ਲੋਕਾਂ ਨੇ ਇੱਕ ਦੂਜੇ ਦੀ ਕੇਅਰ ਕਿਵੇਂ ਕੀਤੀ ਆ, ਲੇਡੀਜ਼ ਦਾ ਕੀ ਇਹਦੇ ਵਿੱਚ ਯੋਗਦਾਨ ਰਿਹਾ, ਕਿਉਂਕਿ ਇਹ ਚੀਜ਼ ਹੰਢਾਈ ਆ ਬੱਚਿਆਂ ਨੇ, ਉਹਨਾਂ ਦੇ ਮਾਪੇ ਉੱਥੇ ਸੀਗੇ, ਉਹ ਘਰਾਂ ਦੇ ਵਿੱਚ ਇਹ ਵੀ ਆਪਣੇ ਆਪ 'ਚ ਹੁਣ ਇਤਿਹਾਸ ਦਾ ਇੱਕ ਹਿੱਸਾ ਬਣ ਗਿਆ। ਇਹਦੇ ਵਿੱਚ ਮੈਂ ਸਾਰੀਆਂ ਗੱਲਾਂ ਨੂੰ ਪਰੋਸ ਕੇ ਰੱਖ ਦਿੱਤਾ ਵੀ ਕਿਸਾਨ ਇਸ ਨੂੰ ਕਿਉਂ ਮਾੜਾ ਸਮਝਦੇ ਸੀ, ਸਰਕਾਰ ਦਾ ਕੀ ਮੰਨਣਾ ਸੀ, ਮੈਂ ਆਪਦਾ ਇਹ 'ਚ ਕੋਈ ਵਿਚਾਰ ਨਹੀਂ ਦਿੱਤਾ ਹੈਗਾ, ਠੀਕ ਹੈ। ਸੋ ਇਹ ਚੀਜ਼ਾਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਬੱਚਿਆਂ ਦੇ ਉੱਤੇ ਜਿਹੜਾ ਹੈਗਾ ਅਸਰ ਪਾਉਣਗੀਆਂ। ਇੱਥੇ ਲਿਖਿਆ ਹੁਣ ਮੈਂ ਹਰਿਆਣੇ ਦੇ ਤਾਊ, ਮਾਝੇ ਦੇ ਭਾਊ, ਦੁਆਬੀ ਤੇ ਮਲਵਈ ਦਿੱਲੀ ਦੇ ਸੰਘਰਸ਼ ਵਿੱਚ ਇਕੱਠੇ ਹੋ ਕੇ ਲੜੇ। ਸੋ ਇਹੋ ਜਿਹੀਆਂ ਚੀਜ਼ਾਂ ਬੱਚਿਆਂ ਨੂੰ, ਨਾਲ ਤਾਂ ਉਹ ਭਾਸ਼ਾ ਸਿੱਖ ਰਹੇ ਨੇ, ਭਾਸ਼ਾ ਤੇ ਬਹੁਤ ਕੰਮ ਕੀਤਾ ਮੈਂ ਇਹ ਕਿਤਾਬਾਂ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਸਾਡੇ ਗੁਰਬਾਣੀ ਦੇ ਵਿੱਚ ਅੱਖਰ ਸੀਗੇ ਵੈਸੇ ਅਸੀਂ ਗਾਇਬ ਕਰਦੇ ਤੇ ਖਾਲੀ ਕਹਿ ਕੇ ਛੱਡ ਦਿੰਦੇ ਸੀ, ਸਾਰੀ ਇਹਦੇ 'ਚ ਵਰਤੋਂ ਕੀਤੀ ਹੈ। ਔਰ ਬੱਚਿਆਂ ਨੂੰ ਦੇਖੋ ਨਵੇਂ ਕਨਸੈਪਟ ਦਿੱਤੇ ਨੇ, ਬੋਲੀਆਂ ਬੱਚਿਆਂ ਨੂੰ ਉਹ ਨਹੀਂ ਸਕਦਾ, ਸੱਸ ਕੁੱਟਣੀ ਵਾਲੀ ਨਹੀਂ ਹੈਗੀ, ਉਹਨੂੰ ਵਿਦਿਅਕ ਬੋਲੀਆਂ ਦਿੱਤੀਆਂ ਨੇ ਇਹਦੇ ਵਿੱਚ। ਬਿਲਕੁਲ ਠੀਕ। ਨਵਾਂ ਬੱਚਿਆਂ ਨੂੰ ਮਤਲਬ ਇੱਕ ਅਸੀਂ ਇਸ ਤਰ੍ਹਾਂ ਦਾ ਕਨਸੈਪਟ। ਅੱਛਾ, ਤੁਹਾਨੂੰ ਲੱਗਦਾ ਕਿ ਟਾਈਮ ਟੂ ਟਾਈਮ ਇਹ ਕੰਟੈਂਟ ਚੇਂਜ ਕਰਨਾ ਚਾਹੀਦਾ? ਪਰ NCERT ਜਾਂ ਪੰਜਾਬ ਸਰਕਾਰ ਵੀ ਦਾਅਵਾ ਕਰਦੀ ਹੈ ਕਿ ਟਾਈਮ ਟੂ ਟਾਈਮ ਰਿਵਾਈਜ਼ ਕਰਦੇ ਹਾਂ ਅਸੀਂ। ਹੁਣ ਮੈਂ ਇੱਕ ਬੇਨਤੀ ਕਰਦਾ ਜੀ, ਉਦੇਸ਼ ਵੱਡਾ ਹੁੰਦਾ, ਉਦੇਸ਼ ਨਹੀਂ ਬਦਲਦੇ ਹੁੰਦੇ ਕਦੇ ਵੀ। ਹੁਣ ਅਸੀਂ ਬੱਚਿਆਂ ਨੂੰ, ਤੁਸੀਂ ਐਗਜ਼ਾਮਪਲਸ ਜ਼ਰੂਰ ਬਦਲਦੇ। ਐਗਜ਼ਾਮਪਲ ਦੇਖੋ, ਆਪਾਂ ਬੱਚਿਆਂ ਨੂੰ ਪੜ੍ਹਾਉਣ ਤੇ ਵੀ ਫਲਾਣਾ ਠੱਗ, ਚੋਰ, ਉਹਦਾ ਮਤਲਬ ਹੁੰਦਾ ਸੀ ਵੀ ਘਰਾਂ ਜਾ ਕੇ ਪਾੜ ਲਾ ਕੇ ਚੋਰੀ ਕਰ ਜਾਂਦੇ ਹੁੰਦੇ ਸੀ। ਹੁਣ ਕਿਹੋ ਜਿਹੀਆਂ ਚੋਰੀਆਂ ਹੁੰਦੀਆਂ ਨੇ? ਹੁਣ ਮੈਂ ਇੱਥੇ ਲਿਖਿਆ ਆਧੁਨਿਕ ਚੋਰ। ਉਹ 'ਚ ਬੱਚੇ ਨੂੰ ਦੱਸਿਆ ਵੀ ਤੁਸੀਂ ਆਪਦੇ ATM ਨੂੰ ਕਿਵੇਂ ਬਚਾਉਣਾ, ਆਪਦੇ ਮਾਂ-ਬਾਪ ਦੇ ਕਿਤੇ ਤੁਹਾਨੂੰ ਫੋਨ ਆਵੇ ਕਿਵੇਂ ਅਟੈਂਡ ਕਰਨਾ, ਕਿਹੜੀ ਜਾਣਕਾਰੀ ਦੇਣੀ ਆ, ਕਿਹੜੀ ਜਾਣਕਾਰੀ ਨਹੀਂ ਦੇਣੀ, ਉਹ ਚੀਜ਼ਾਂ ਨੇ। ਇੱਕ ਇਹਦੇ 'ਚ ਮੈਂ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਇੱਕ, ਹਰਪ੍ਰੀਤ ਜੀ, ਆਹ ਚੈਪਟਰ ਪਾਇਆ, ਅੱਧੇ ਦਿਮਾਗ ਵਾਲੇ ਮਨੁੱਖ, ਤੇ ਲਗਭਗ ਸਾਰੇ ਸਰੋਤਿਆਂ ਨੂੰ ਵੀ ਜਾਣ ਕੇ ਇਹ ਹੈਰਾਨੀ ਹੋਊਗੀ। ਕਹਾਣੀ ਕੀ ਇਹਦੇ ਪਿੱਛੇ? ਇਹ ਜੀ 1857 ਦੇ ਗਦਰ ਤੋਂ ਬਾਅਦ 1858 ਦੇ ਵਿੱਚ ਭਾਰਤ ਵਿੱਚ ਪਹਿਲੀ ਵਾਰੀ 10ਵੀਂ ਦੇ ਪੇਪਰ ਹੋਏ ਸੀਗੇ। ਅੱਛਾ। ਬਰਤਾਨੀਆ ਗਵਰਨਮੈਂਟ ਨੇ ਲਏ ਸੀਗੇ। ਉਹ ਜਦੋਂ ਪੇਪਰ ਲਏ ਤਾਂ ਉਹਦੇ 'ਚ ਸਾਰੀ ਮਾੜੀ ਕਾਰਗੁਜ਼ਾਰੀ ਆਈ। ਫਿਰ ਇਹਨਾਂ ਨੇ ਉੱਥੇ ਚਿੱਠੀ ਲਿਖੀ ਵੀ ਜੀ ਇਹ ਤਾਂ ਸਾਰੀ ਫੇਲ ਹੋ ਗਏ। ਫਿਰ ਉਹ ਕਹਿੰਦੇ ਜੀ ਕਿੰਨੇ ਵਾਲੇ ਪਾਸ ਕੀਤੇ ਦੀ? 65% ਵਾਲੇ, ਕਿਉਂਕਿ 65% ਉੱਥੇ ਰੂਲ ਸੀਗਾ, ਸਾਰੇ ਬਾਹਰਲੇ ਕੰਟਰੀਆਂ ਵਿੱਚ 65% ਵਾਲੇ ਪਾਸ ਹੁੰਦੇ ਨੇ। ਉਹ ਕਹਿੰਦੇ ਜੀ ਇਹ ਤਾਂ ਭਾਰਤੀ ਅੱਧੇ ਦਿਮਾਗ ਵਾਲੇ ਹੁੰਦੇ ਨੇ, ਇਹਨਾਂ ਨੂੰ 32.5% ਵਾਲੇ ਨੂੰ ਪਾਸ ਕਰੋ। ਫਿਰ ਇਹ 32.5% ਵਾਲੇ ਪਾਸ ਕਰਦੇ ਰਹੇ 1961 ਤੱਕ। 61 'ਚ ਜਾ ਕੇ ਫਿਰ ਪ੍ਰੋਬਲਮ ਆਉਂਦੀ ਸੀ ਕੈਲਕੂਲੇਸ਼ਨ 'ਚ, ਇਹਨਾਂ ਨੇ ਰਾਊਂਡ ਫਿਗਰ 33 ਕਰਤੇ। ਜੋ ਹੈਰਾਨੀ ਦੀ ਗੱਲ ਆ, ਸਾਨੂੰ ਇੰਨੇ ਸਾਲ ਆਜ਼ਾਦ ਹੋਇਆਂ ਨੂੰ ਹੋ ਗਏ ਤੇ ਸਾਡੇ ਪਾਸ ਪਰਸੈਂਟ ਇੰਡੀਆ 'ਚ, ਪਾਕਿਸਤਾਨ ਤੇ ਬੰਗਲਾਦੇਸ਼ 'ਚ ਜਿਹੜਾ ਉਸ ਟਾਈਮ 33% ਹਲੇ ਵੀ ਅਸੀਂ ਆਪਣੇ ਆਪ ਨੂੰ ਅੱਧੇ ਦਿਮਾਗ ਵਾਲੇ ਮੰਨਦੇ। ਅਸੀਂ ਅੱਧੇ ਦਿਮਾਗ ਵਾਲੇ ਸਾਬਤ ਕਰਨ 'ਚ ਲੱਗੇ ਹੋਏ ਆ, ਕਿਉਂ ਜਦੋਂ ਸਾਨੂੰ ਨਿਸ਼ਾਨਾ ਹੀ ਛੋਟਾ ਦੇ ਦਿੱਤਾ ਜੀ, ਤਾਂ ਫਿਰ ਅਸੀਂ ਕਰਨਾ ਕੀ ਹੈ? ਅੰਗਰੇਜ਼ਾਂ ਦੀ ਸੋਚ ਐਡੀ ਸੀ ਸਾਨੂੰ ਕਲਰਕਾਂ ਤੱਕ ਸੀਮਿਤ ਰੱਖਣਾ ਜਾਂ ਛੋਟੇ ਛੋਟੇ ਕੰਮਾਂ ਤੱਕ ਸੀਮਿਤ ਰੱਖਣਾ। ਸੋ ਇਹ ਗੱਲਾਂ ਨੂੰ ਕੌਣ ਚੇਂਜ ਕਰਦਾ? ਤੁਹਾਨੂੰ ਲੱਗਦਾ ਕਿ ਪਾਸ ਪਰਸੈਂਟੇਜ ਵਧਣੀ ਚਾਹੀਦੀ ਹੁਣ? ਦੇਖੋ, ਜਦੋਂ ਤੁਸੀਂ ਪੇਰੈਂਟਸ ਦੇ ਤੌਰ ਤੇ ਤਾਂ ਤੁਸੀਂ ਐਕਸਪੈਕਟ ਕਰਦੇ ਹੋ ਮੇਰਾ ਬੱਚਾ 99% ਲੈ ਕੇ ਆਵੇ, ਫਿਰ ਐਡਾ ਛੋਟਾ ਗੋਲ ਕਿਉਂ ਦਿੱਤਾ ਤੁਸੀਂ? ਇਸ ਕਲੰਕ ਨੂੰ ਕਿਉਂ ਨਹੀਂ ਧੋਂਦੇ? ਸਦੀਆਂ ਤੋਂ ਇਹ ਕਲੰਕ ਤੁਹਾਡੇ ਤੇ ਲੱਗਿਆ ਹੋਇਆ, ਇਸ ਕਲੰਕ ਨੂੰ ਆਪਾਂ ਕਿਉਂ ਨਹੀਂ ਧੋ ਰਹੇ? ਤੁਸੀਂ ਕੰਟੈਂਟ ਚੇਂਜ ਕਰਨ ਦੀ ਗੱਲ ਕਰਦੇ ਹੋ, ਅਸੀਂ ਇਹੋ ਜਿਹੀਆਂ ਚੀਜ਼ਾਂ ਨਹੀਂ ਚੇਂਜ ਕੀਤੀਆਂ। ਹੁਣ ਇਸ ਦੇ ਵਿੱਚ ਆ ਮੈਂ ਇੱਕ ਚੈਪਟਰ ਲਿਖਿਆ, ਪਾਠ ਲਿਖਿਆ, ਪੰਜਾਬੀਆਂ ਨੇ ਲਿਖਿਆ ਸੋਨੇ ਅਤੇ ਲਹੂ ਨਾਲ ਇਤਿਹਾਸ। 1962 ਦੇ, ਸ਼ਾਇਦ ਕਿਸੇ ਨੂੰ ਪਤਾ ਹੋਵੇ। ਹਾਂ, 1962 ਦੇ ਵਿੱਚ ਸਾਡੇ ਕੋਲ ਫੌਜ ਦੀ ਬੜੀ ਘਾਟ ਸੀ, ਲੜਾਈਆਂ ਸਾਡੇ ਸ਼ੁਰੂ ਹੋ ਗਈਆਂ ਸੀਗੀਆਂ, ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਨੇ ਹੋਕਾ ਦਿੱਤਾ ਸੀਗਾ। ਉਸ ਹੋਕੇ 'ਚ ਫਿਰ ਅਸੀਂ ਪੰਜਾਬੀ ਨਿੱਤਰੇ ਸੀਗੇ। 5 ਕੁਆਂਟਲ ਤੋਂ ਵੱਧ ਸੋਨਾ ਸਾਡੇ ਇਕੱਲੇ ਪੰਜਾਬ 'ਚੋਂ ਗਿਆ ਸੀਗਾ। ਪੂਰੇ ਦੇਸ਼ ਦੇ ਵਿੱਚੋਂ 5 ਕੁਆਂਟਲ ਸੋਨਾ ਜਿਹੜਾ ਹੈਗਾ ਸੀ। ਔਰਤਾਂ ਨੇ ਟ੍ਰੇਨਿੰਗ ਲਈ ਸੀ, 2 ਲੱਖ ਔਰਤਾਂ ਨੇ ਵੀ ਲੜਾਈ 'ਚ ਜਾਵਾਂਗੀਆਂ। ਸਾਰੇ ਅਸੀਂ ਗਹਿਣੇ ਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤੇ ਸੀ। ਮੈਂ ਆਪਦੇ ਬੱਚਿਆਂ ਨੂੰ, ਪੰਜਾਬ ਦਿਆਂ ਨੂੰ, ਉਹਨਾਂ ਦਾ ਇਹ ਇਤਿਹਾਸ ਨਾ ਦੱਸਾਂ ਕਿ ਮੈਂ ਹੀਰ ਰਾਂਝਾ ਹੀ ਪੜ੍ਹਾਈ ਜਾਵਾਂ? ਬਿਲਕੁਲ ਠੀਕ ਹੈ। ਇਹਦੇ 'ਚ ਮੈਂ ਦੁੱਲਾ ਭੱਟੀ ਲਿਖਿਆ ਵੀ ਉਹ ਪਹਿਲਾ ਯੋਧਾ ਸੀ ਜਿਹਨੇ ਟੱਕਰ ਦਿੱਤੀ ਸੀਗੀ। ਮੈਂ ਇਸ ਦੇ ਵਿੱਚ ਮਹਾਨ ਪੋਰਸ ਲਿਖਿਆ ਜੀ। ਸਿਕੰਦਰ ਨੂੰ ਮਹਾਨ ਪੜ੍ਹਾਈ ਜਾਂਦੇ ਨੇ ਸਾਡੇ, ਅਸੀਂ ਮਹਾਨ ਪੋਰਸ ਲਿਖਿਆ। ਸਿਕੰਦਰ ਤਾਂ ਥਾਂ ਥਾਂ ਦੇ ਉੱਤੇ ਜਾ ਕੇ ਲੁੱਟ ਮਾਰ ਕਰਦਾ ਸੀਗਾ ਜੀ। ਉਹਨੂੰ ਉਹਦੇ ਦੇਸ਼ ਦੇ ਲੋਕਾਂ ਨੇ ਮਹਾਨ ਲਿਖਿਆ, ਸਾਡੇ ਹਿੰਦੀ ਪੰਜਾਬੀ 'ਚ ਉਹਨੂੰ ਮਹਾਨ। ਮੈਂ ਦੱਸਿਆ ਵੀ ਇਹ 7 ਫੁੱਟ ਤੋਂ ਵੱਡਾ ਯੋਧਾ ਸੀ, ਪੰਜਾਬੀ ਰਾਜਾ ਸੀ, ਜਿਹਨੇ ਉਹਨੂੰ ਟੱਕਰ ਦਿੱਤੀ। 5000 ਫੌਜ ਸੀ, ਲੱਖਾਂ ਦੀ ਫੌਜ ਨਾਲ ਟੱਕਰਿਆ ਸੀ। ਬਿਲਕੁਲ। ਔਰ ਇਸ ਤੋਂ ਬਾਅਦ ਉਹ ਸਿਕੰਦਰ ਜਾਂਦਾ ਮਰ ਗਿਆ ਸੀਗਾ। ਤੇ ਪਰ ਇਹ ਸਭ ਕੁਝ ਤੁਸੀਂ ਬੜੀ ਮਿਹਨਤ ਕੀਤੀ ਹੈ, ਸ਼ਲਾਘਾਯੋਗ ਕੰਮ ਕੀਤਾ ਜਿੰਨੀਆਂ ਵੀ ਕਿਤਾਬਾਂ, ਪਰ ਸਵਾਲ ਤਾਂ ਇਹ ਖੜਾ ਹੁੰਦਾ ਕਿ ਇਹ ਬੱਚਿਆਂ ਤੱਕ ਪਹੁੰਚੇਗਾ ਕਿਵੇਂ? ਕੀ ਇਹ ਪਾਠਕ੍ਰਮ ਦਾ ਹਿੱਸਾ ਬਣੂਗਾ, ਨਹੀਂ ਬਣੂਗਾ? ਉਹ ਵੀ ਤਾਂ ਇੱਕ ਵੱਡੀ ਚੁਣੌਤੀ ਹੈ ਹੀ ਹੈ ਨਾ। ਦੇਖੋ, ਜਿਹੜੇ ਪ੍ਰਾਈਵੇਟ ਸੰਸਥਾਵਾਂ ਹੁੰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੀ ਰਿਕਮੈਂਡੇਸ਼ਨ ਕਰ ਦਿੰਦੀਆਂ ਨੇ, ਜਿਹੜੀਆਂ ਕਿ ਐਡੀਸ਼ਨ ਟੂ ਹੁੰਦੇ ਨੇ। ਕਿ ਪੇਰੈਂਟਸ ਦਾ ਮਕਸਦ ਹੀ ਪ੍ਰਾਈਵੇਟ ਸੰਸਥਾਵਾਂ 'ਚ ਪੜ੍ਹਾਉਣ ਦਾ ਇਹੀ ਹੁੰਦਾ ਕਿ ਐਡੀਸ਼ਨ ਹੋਵੇ, ਉਹਨੂੰ ਬੱਚਾ ਸਿੱਖੇ। ਹੁਣ ਤੁਸੀਂ ਦੇਖੋ, ਜਿਹੜੇ ਬੱਚੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜਾਂਦੇ ਨੇ, ਉਹ 5-5 10-10 ਬੁੱਕਸ ਪੜ੍ਹਦੇ ਨੇ, ਇੱਕ ਆਥਰ ਦੀ ਬੁੱਕ ਨਹੀਂ ਪੜ੍ਹਦੇ ਉਹ।
ਠੀਕ ਹੈ ਨਾ ਗੱਲ। ਜਦੋਂ ਇਹ ਚੀਜ਼ ਨਾਲ ਤਾਂ ਆਪਾਂ ਉਹ ਚੀਜ਼ ਚਾਹੁੰਦੇ ਆ, ਜਦੋਂ ਉਹ ਚੀਜ਼ ਐਪਲੀਕੇਬਲ ਹੁੰਦੀ ਹੈ ਫਿਰ ਇਹ ਹੁੰਦਾ ਵੀ ਇਹ ਜੀ ਉਹ ਦੂਜੇ ਤਰ੍ਹਾਂ ਦਾ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਂਦੇ ਨੇ। ਤਾਂ ਇਸ ਤਰ੍ਹਾਂ ਦੇ ਬਹੁਤ ਕੰਟੈਂਟ, ਸਟਰੋਂਗ ਕੰਟੈਂਟ ਮੈਂ ਇਹਦੇ ਵਿੱਚ ਪਾਇਆ ਤੇ ਲੋਕਾਂ ਨੇ ਬਹੁਤ ਲਾਈਕ ਕੀਤਾ। ਮੈਨੂੰ ਤਾਂ ਪਤਾ ਵੀ ਨਹੀਂ ਸੀਗਾ। ਮੈਨੂੰ ਤਾਂ ਕੱਲ ਵੱਡੇ ਵੱਡੇ ਜਿਹੜੇ ਸਾਡੇ ਵਿਦਵਾਨ ਨੇ ਕਿਸਾਨ ਅੰਦੋਲਨਾਂ 'ਚ ਹੈਗੇ ਨੇ, ਤੁਸੀਂ ਦੇਖਿਆ ਹਰਫ ਚੀਮਾ ਦੇ ਵੀ, ਹੋਰਾਂ ਦੇ ਵੀ, ਉਹ ਸਟੇਟਸ ਦੇ ਉੱਤੇ ਲੱਗਿਆ ਹੋਇਆ ਸੀ। ਹਾਲਾਂਕਿ ਉਹਨਾਂ ਨੂੰ ਨਹੀਂ ਪਤਾ ਵੀ ਇਹ ਜਿਹੜਾ ਹੈਗਾ ਕੰਮ ਮੈਂ ਮਤਲਬ ਕੀਤਾ। ਲਗਭਗ 1 ਸਾਲ ਦਾ ਵਕਤ ਜਿਹੜਾ ਹੈਗਾ ਇਸ ਚਲੋ ਅਸੀਂ ਉਮੀਦ ਕਰਦੇ ਹਾਂ ਕਿ ਬੱਚਿਆਂ ਤੱਕ ਇਹ ਸਾਰਾ ਕੰਟੈਂਟ ਪਹੁੰਚੇ ਵੀ। ਮੇਰੇ ਕੋਲ ਸਮਾਂ ਘੱਟ ਹੈ, ਜਾਂਦੇ ਜਾਂਦੇ ਇੱਕ ਆਖਰੀ ਸਵਾਲ, ਕਿਉਂਕਿ ਤੁਸੀਂ ਉਹ ਗੱਲ ਛੇੜੀ ਹੈ ਤਾਂ ਮੈਨੂੰ ਯਾਦ ਆ ਗਿਆ, ਉਹ ਸਵਾਲ ਰਹਿ ਨਾ ਜਾਵੇ। ਇਹ ਸਕੂਲਾਂ ਦੀ ਕੀ ਮਜਬੂਰੀ ਹੁੰਦੀ ਹੈ ਕਿ ਤੁਸੀਂ ਪਾਰਟਿਕੂਲਰ ਦੁਕਾਨ ਤੋਂ ਹੀ ਕਿਤਾਬਾਂ ਜਾ ਕੇ ਲੈਣੀਆਂ, ਪਾਰਟਿਕੂਲਰ ਦੁਕਾਨ ਤੋਂ ਹੀ ਜਾ ਕੇ ਵਰਦੀਆਂ ਲੈਣੀਆਂ? ਇਹ ਕੀ ਮਜਬੂਰੀ ਹੈ? ਇਹ ਮਜਬੂਰੀ ਤਾਂ ਖੈਰ ਸਾਰਿਆਂ ਨੂੰ ਸਮਝ ਆਉਂਦੀ ਕਿ ਕਮਿਸ਼ਨ ਦੀ ਮਜਬੂਰੀ ਹੈ, ਕਿ ਤੁਹਾਨੂੰ ਕਮਿਸ਼ਨ ਮਿਲਣੀ ਹੈ। ਪਰ ਕਈ ਲੋਕ ਇਹ ਕਹਿੰਦੇ ਨੇ ਕਿ ਬੜੇ ਸਾਰੇ ਜਿਹੜੇ ਬੁੱਕ ਸਟਾਲ ਵਾਲੇ ਨੇ ਉਹ ਵੱਖ-ਵੱਖ ਆਥਰਸ ਦੀ ਕਿਤਾਬਾਂ ਨਹੀਂ ਲੈਂਦੇ, ਇਸ ਕਰਕੇ ਵੀ ਦੇਖੋ ਇੱਕ ਟਾਰਗੇਟ ਦਿੱਤਾ ਜਾਂਦਾ। ਮੈਂ ਫਿਰ ਮੇਰਾ ਗੱਲ ਜਵਾਬ ਇਹ ਹੈ, ਦੋਨੇ ਗੱਲਾਂ ਨੇ ਜੀ, ਦੋਨੇ ਗੱਲਾਂ ਨੇ। ਕੋਈ 5-10% ਇੰਸਟੀਟਿਊਸ਼ਨ ਵੀ ਇਹੋ ਜਿਹਾ ਧੱਕਾ ਕਰ ਸਕਦੇ ਨੇ, ਠੀਕ ਹੈ, ਪਰ ਜਿਹੜੇ ਬਾਕੀ ਨੇ ਉਹਨਾਂ ਦਾ ਇੱਕ ਲੌਜਿਕ ਆ। ਕਿਸੇ ਕਸਬੇ ਦੇ ਵਿੱਚ, ਪਿੰਡ ਦੇ ਵਿੱਚ ਕੋਈ ਦੁਕਾਨ ਖੁੱਲੀ ਹੋਈ ਆ, ਹੁਣ ਸਰਕਾਰ ਦਾ ਇਹ ਆਰਡਰ ਉਹਨਾਂ ਨੂੰ ਦੁਖੀ ਕਰੂਗਾ ਜਾਂ ਸੁਖੀ ਕਰੂਗਾ ਇਹ ਮੈਨੂੰ ਨਹੀਂ ਪਤਾ ਹੈਗਾ। ਉੱਥੇ ਕੀ ਆ, ਉਹਦੇ ਕੋਲ 300 ਬੱਚੇ ਨੇ, ਸਕੂਲ ਕੋਲ 300 ਬੱਚੇ ਨੇ, ਉਹਨੇ 8-10 ਤਰ੍ਹਾਂ ਦੀਆਂ ਕਿਤਾਬਾਂ ਲਾਈਆਂ ਹੋਈਆਂ ਨੇ। ਉਹ ਦੁਕਾਨਦਾਰ ਹਰ ਆਥਰ ਦੀ ਪਹਿਲਾਂ ਜਦੋਂ ਪਰਚੇਜ ਕਰੂਗਾ ਉਹ ਉਹਨੂੰ ਕਹੂਗਾ ਕੈਸ਼ ਲੈ ਕੇ ਆ ਪਹਿਲਾਂ ਤਾਂ ਮੇਰੇ ਕੋਲ, ਜਾਂ ਚੈੱਕ ਦੇ। ਉਹਨਾਂ ਦੀ ਸਮਰੱਥਾ ਨਹੀਂ ਹੁੰਦੀ ਦੁਕਾਨਦਾਰਾਂ ਦੀ, ਪਿੰਡਾਂ ਦੇ ਵਿੱਚ ਐਡੇ ਦੀ ਹੋਊਗੀ। ਉੱਥੇ ਤਾਂ ਇਹ ਹੁਕਮ ਆ ਜਿਹੜਾ ਸਰਕਾਰ ਦਾ ਉਲਟਾ ਅਸਰ ਕਰੂਗਾ। ਉਹ ਲਿਸਟ ਲੈ ਕੇ ਭਟਕਦੇ ਫਿਰਨਗੇ ਵੱਖ-ਵੱਖ ਦੁਕਾਨਾਂ ਦੇ ਉੱਤੇ। ਦੂਜਾ ਹੈਗਾ ਜਿਹੜੇ ਹੈਗੇ ਮੈਟਰੋ ਸਿਟੀਜ਼, ਜਿੱਥੇ ਸਕੂਲਾਂ ਦੀ ਸਟਰੈਂਥ ਕਾਫੀ ਵੱਡੀ ਹੈ ਉਸ ਵਕਤ ਦੀ ਜਾਂ ਹੋਰ ਆ, ਉੱਥੇ ਇਹ ਪ੍ਰਭਾਵ ਨਜ਼ਰ ਆਉਂਦਾ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਮੈਂ ਕਬੂਲਦਾ ਇਸ ਨੂੰ ਗੱਲ, ਠੀਕ ਹੈ ਜੀ। ਗੱਲ ਇੱਕ ਗੱਲ ਹੋਰ ਥੋੜੀ ਜਿਹੀ ਇਹਦੇ 'ਚ ਹੈਗੀ ਹੈ, ਵਰਦੀ ਨੂੰ ਲੈ ਕੇ ਆਓ। ਦੇਖੋ ਤੁਹਾਡੇ ਅਦਾਰੇ ਦੇ ਵਿੱਚ ਵੀ ਸਟਾਫ ਆ, ਤੁਹਾਨੂੰ ਇੱਕ ਡਰੈਸ ਕੋਡ ਲੱਗ ਜੇ, ਠੀਕ ਹੈ ਜੀ। ਗੱਲ ਤੁਸੀਂ ਪਾਰਟੀਕੂਲਰ ਉਹਨੂੰ ਦੱਸੋਗੇ ਵੀ ਇੱਦਾਂ ਦਾ ਹੋਵੇ। ਜੇ ਕੋਈ ਆਪਦੇ ਆਪ ਕਿਸੇ ਦੁਕਾਨ ਤੋਂ ਕਹਾਂਗੇ ਤੇਰਾ ਸ਼ੇਡ ਚੇਂਜ ਹੋ ਗਿਆ ਯਾਰ, ਤੂੰ ਇੱਥੇ ਹੁਣ ਕਿਵੇਂ ਬੈਠੇਗਾ। ਬਹੁਤ ਸਾਰੇ ਇੰਸਟੀਟਿਊਸ਼ਨ ਇਸ ਨੂੰ ਬੜਾ ਸੀਰੀਅਸਲੀ ਲੈਂਦੇ ਨੇ ਵੀ ਜਿਹੜਾ ਡਰੈਸ ਕੋਡ ਹੈਗਾ ਉਹ ਸੇਮ ਰਹਿਣਾ ਚਾਹੀਦਾ। ਉਸ ਚੱਕਰ ਦੇ ਵਿੱਚ ਆਪਦੇ ਤੇ ਕਲੰਕ ਲਵਾਈ ਜਾਂਦੇ ਨੇ। ਅਸੀਂ ਹੁਣ ਉਹਨਾਂ ਨੂੰ ਰਿਕਮੈਂਡ ਕੀਤਾ ਵੀ ਤੁਸੀਂ ਇਹਦਾ ਖਹਿੜਾ ਛੱਡੋ, ਤੁਸੀਂ ਘੱਟੋ ਘੱਟ ਤੁਸੀਂ ਦੱਸ ਦਿਓ ਵੀ ਇਹ ਫਲਾਣੀ ਕੰਪਨੀ ਦਾ, ਰੈਮੰਡ ਦਾ ਜਾਂ ਫਲਾਣੇ ਦਾ ਇੰਨੇ ਨੰਬਰ ਸ਼ੇਡ ਹੈ, ਉਹ ਲਵਾ ਦਿਓ। ਕਿਉਂ ਆਪਦੇ ਆਪ ਨੂੰ ਕਲੰਕਿਤ ਕਰਦੇ ਹੋ? ਹਰਪ੍ਰੀਤ ਜੀ ਯਕੀਨ ਮੰਨਿਓ, ਮੈਂ ਸਾਰੇ ਜ਼ਿਲ੍ਹਿਆਂ 'ਚ ਮੀਟਿੰਗਾਂ ਕੀਤੀਆਂ ਨੇ, ਹੱਥ ਜੋੜ ਕੇ ਸਾਰੇ ਸਕੂਲਾਂ ਨਾਲ ਬੇਨਤੀ ਕੀਤੀ ਵੀ ਆਪਾਂ 2 ਕਲੰਕ ਆਪਦੇ ਤੋਂ ਉਤਾਰ ਲਈਏ ਸਕੂਲ ਤੇ ਮੈਂ ਹੁਣ ਵੀ ਇਹੀ ਗੱਲ ਕਹਿ ਰਿਹਾ ਇਸ ਮਾਧਿਅਮ ਰਾਹੀਂ, ਜਿਸ ਦਿਨ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਾਂਗੇ ਮੈਂ ਹੱਲ ਦੱਸੂਗਾ ਇਹਦਾ, ਵੀ ਇਹਦਾ ਹੱਲ ਕੀ ਹੈ, ਵੀ ਇਹਦਾ ਪਰਮਾਨੈਂਟ ਸੋਲੂਸ਼ਨ ਕੀ ਬਣ ਸਕਦਾ, ਕਿਉਂ ਨਹੀਂ ਬਣ ਸਕਦਾ। ਸਰਕਾਰ ਆਪਦੇ ਇੱਕ ਸਾਈਟ ਦੇ ਉੱਤੇ ਸਾਰੇ ਤੋਂ, ਜਿਵੇਂ ਸਕੂਲਾਂ ਵਾਲੇ ਇਹੋ ਜਿਹਾ ਨਹੀਂ ਹੈਗਾ ਵੀ ਕੋਈ ਆਰਡਰ ਫਾਲੋ ਨਹੀਂ ਕਰਦਾ। ਹੁਣ ਸਾਨੂੰ ਕਹਤਾ ਆਪਦੀ ਵੈਬਸਾਈਟ ਤੇ ਪਾ ਦਿਓ, ਪੇਰੈਂਟਸ ਨੇ ਵੈਬਸਾਈਟ ਨਾ ਦੇਖੀ। ਸਰਕਾਰ ਕਿਉਂ ਨਹੀਂ ਪੋਰਟਲ ਬਣਾ ਦਿੰਦੀ? ਪੋਰਟਲ ਅਸੀਂ ਚੜਾ ਦਿਆ ਕਰਾਂਗੇ, ਲਿਸਟਾਂ ਜਿੱਥੋਂ ਮਰਜ਼ੀ ਲੈ ਲੈਣ, ਕਲੰਕ ਤਾਂ ਲੈ ਜਾਊਗਾ ਸਾਡੇ ਤੋਂ। ਅਸੀਂ ਡਰੈਸ ਕੋਡ ਪਾ ਦਿਆਂਗੇ ਉੱਥੇ, ਫਿਰ ਕੋਈ ਰੌਲਾ ਨਹੀਂ ਰਿਹਾ ਨਾ ਜੀ। ਪਰ ਇਹ ਤਾਂ ਹੀ ਹੋਊਗਾ ਨਾ ਜੇ ਕੋਈ ਝਗੜਾ ਨਿਪਟਾਉਣਾ ਚਾਹੂਗਾ। ਜੇ ਝਗੜਾ ਖੜਾ ਰੱਖਣਾ ਫਿਰ ਐਵੇਂ ਚੱਲਦਾ ਰਹੂਗਾ। ਚਲੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਅੱਜ ਬਹੁਤ ਸਾਰੀਆਂ ਖੁੱਲ ਕੇ ਗੱਲਾਂ ਹੋਈਆਂ ਔਰ ਉਮੀਦ ਕਰਦੇ ਹਾਂ ਕਿ ਜਿਹੜਾ ਕੰਟੈਂਟ ਤੁਸੀਂ ਬਹੁਤ ਮਿਹਨਤ ਨਾਲ ਲਿਖਿਆ ਇਹ ਬੱਚਿਆਂ ਤੱਕ ਜ਼ਰੂਰ ਪਹੁੰਚੇ। ਬਹੁਤ ਬਹੁਤ ਧੰਨਵਾਦ। ਇਹ ਸਾ ਡਾਕਟਰ ਜਗਜੀਤ ਸਿੰਘ ਧੂਰੀ, ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਸੋਸੀਏਸ਼ਨ ਦੇ। ਔਰ ਬਹੁਤ ਗੱਲਾਂ ਹੋਈਆਂ, ਖੁੱਲ ਕੇ ਗੱਲਾਂ ਹੋਈਆਂ, ਕਿਉਂਕਿ ਬੜੇ ਸਾਰੇ ਲੋਕਾਂ ਦੇ ਮਨ ਦੇ ਵਿੱਚ ਪ੍ਰਾਈਵੇਟ ਸਕੂਲਸ ਨੂੰ ਲੈ ਕੇ ਬਹੁਤ ਸਾਰੇ ਵਹਿਮ ਭਰਮ ਨੇ। ਕਈ ਥਾਵਾਂ ਤੇ ਉਹ ਗੱਲਾਂ ਠੀਕ ਵੀ ਢੁੱਕਦੀਆਂ ਨੇ, ਜੋ ਪਰਿਵਾਰ ਵਾਲੇ ਸੋਚਦੇ ਨੇ ਉਹ ਗੱਲਾਂ ਠੀਕ ਵੀ ਢੁੱਕਦੀਆਂ ਨੇ, ਪਰ ਕਈ ਥਾਵਾਂ ਤੇ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਜਾਣ-ਬੁੱਝ ਕੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਕਿਉਂਕਿ ਜਦੋਂ ਅਸੀਂ ਇੱਕ ਸਕੂਲ ਨੂੰ ਇਹ ਕਹਿੰਦੇ ਹਾਂ ਕਿ ਇਹ ਮੰਦਿਰ ਹੈ, ਇਹ ਇੱਕ ਵਿੱਦਿਆ ਦਾ ਮੰਦਿਰ ਹੈ, ਤੇ ਵਿੱਦਿਆ ਦੇ ਮੰਦਿਰ ਦੇ ਪੁਜਾਰੀਆਂ ਦੇ ਨਾਲ ਮਿਲ ਬੈਠ ਕੇ ਗੱਲ ਕਰਕੇ ਹੀ ਮਸਲੇ ਹੱਲ ਹੁੰਦੇ ਨੇ। ਲੜਾਈਆਂ ਨਾਲ, ਡਾਂਗਿਆਂ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ। ਪਹਿਲ ਕੌਣ ਕਰੇ, ਇਹ ਇੱਕ ਵੱਡਾ ਸਵਾਲ ਜ਼ਰੂਰ ਹੈ। ਮੀਡੀਆਕਰ ਦੀ ਭੂਮਿਕਾ ਸਰਕਾਰ ਨਿਭਾਵੇ, ਦੋਵੇਂ ਪੱਖਾਂ ਦਾ, ਦੋਵੇਂ ਧਿਰਾਂ ਦਾ ਪੂਰਾ ਸੁਣ ਕੇ ਮਸਲਾ ਹੱਲ ਦਿੱਤਾ ਕਰੇ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।